जाके जिस तरह ਹੁਣ ਉੱਥੇ ਕੱਪ ਲੈ ਕੇ ਆਏ ਹੋ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਵਧੀਆ ਮਹਿਸੂਸ ਹੋ ਰਿਹਾ। ਇਹ ਕੰਪੀਟੀਸ਼ਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੰਪੀਟੀਸ਼ਨ ਹੈਗਾ? ਇਹ ਸਾਡੇ ਸਰ ਕੋਚ ਹੀ ਦੱਸਦੇ ਆ ਕਿ ਇੱਥੇ ਕੰਪੀਟੀਸ਼ਨ ਆ, ਉੱਥੇ ਕੰਪੀਟੀਸ਼ਨ ਆ, ਫਿਰ ਉਹ ਦੱਸਦੇ ਨੇ ਤੇ ਫਿਰ ਜਾਈਦਾ। ਕਿੰਨੀ ਦੇਰ ਹੋ ਗਈ ਹੈ ਪ੍ਰੈਕਟਿਸ ਕਰਦਿਆਂ? ਮੈਨੂੰ ਉੱਥੇ 3 ਸਾਲ ਹੋ ਗਏ ਨੇ। ਸਪੋਰਟਸ ਮੈਂ ਜਦੋਂ ਠੀਕ ਵੀ ਸੀਗਾ ਡਿਸੇਬਿਲਟੀ ਤੋਂ ਪਹਿਲਾਂ ਤੇ ਮੈਂ ਉਦੋਂ ਵੀ ਸਪੋਰਟਸ ਕਰਦਾ ਸੀਗਾ ਤੇ ਸਪੋਰਟਸ ਇੱਕ ਬੰਦੇ ਦਾ ਇੱਕ ਅਹਿਮ ਅੰਗ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਜਿਹੜਾ ਕਿ ਉਹਨੂੰ ਹਮੇਸ਼ਾ ਇੱਕ ਫਾਈਟਿੰਗ ਸਪਿਰਿਟ ਪੈਦਾ ਕਰਦਾ ਬੰਦੇ ਦੇ ਵਿੱਚ, ਉਹਨੂੰ ਸਿਚੁਏਸ਼ਨਸ ਹੈਂਡਲ ਕਰਨ ਦੀ ਸਮਰੱਥਾ ਬਖਸ਼ਿਸ਼ ਕਰਦਾ। ਆਪਣੀ ਵੀ ਥੋੜਾ ਦੱਸੋ ਕਿਸ ਤਰ੍ਹਾਂ ਮਤਲਬ ਸਪੋਰਟਸ ਤੱਕ ਐਕਸੀਡੈਂਟ ਤੋਂ ਲੈ ਕੇ ਸਪੋਰਟਸ ਤੱਕ ਫਿਰ ਦੁਬਾਰਾ ਉਸੇ ਮੁਕਾਮ ਤੇ ਪਹੁੰਚਣਾ ਕਿਸ ਤਰ੍ਹਾਂ ਦਾ ਰਿਹਾ? ਦੇਖੋ ਸਪੋਰਟਸ ਤੇ ਇੱਕ ਤੁਹਾਡੀ ਇੱਕ ਸੋਚ ਦੇ ਨਾਲ ਹੀ ਡਿਵੈਲਪ ਹੋ ਜਾਂਦੀ ਜੇ ਤੁਸੀਂ ਸਪੋਰਟਸ ਕਰਨੀ ਚਾਹੁੰਦੇ ਹੋ, ਬਟ ਇੱਕ ਹੀ ਹੈਗਾ ਕਿ ਤੁਹਾਨੂੰ ਇੱਕ ਐਜ਼ ਏ ਡਿਸੇਬਲਡ ਪਰਸਨ ਸਪੋਰਟਸ ਕਰਨੀ ਆ, ਉਹਦੇ ਵਿੱਚ ਥੋੜ੍ਹਾ ਜਿਹਾ ਟਫ ਇਹ ਰਹਿ ਜਾਂਦਾ ਕਿ ਸਾਡਾ ਜਿਹੜਾ ਇਨਫਰਾਸਟਰਕਚਰ ਹੈ ਇਹ ਕਾਫੀ ਜ਼ਿਆਦਾ ਕੋਈ ਸਪੋਰਟਿਵ ਨਹੀਂ ਹੈ ਸਾਡੇ ਡਿਸੇਬਲਡ ਬੰਦਿਆਂ ਲਈ, ਜਿਵੇਂ ਕਿ ਸਾਡਾ ਸਿਸਟਮ ਸਪੋਰਟਿਵ ਨਹੀਂ ਹੈ। ਸੋ ਇੱਕ ਜ਼ਮਾਨਾ ਸੀ ਜਦੋਂ ਮਾਂ-ਬਾਪ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਸਨ, ਉਹ ਗਰਾਊਂਡ 'ਚ ਜਾਂਦੇ ਸਨ, ਮਿੱਟੀ ਨਾਲ ਮਿੱਟੀ ਹੁੰਦੇ ਸਨ ਜਾਂ ਦਰਖਤਾਂ 'ਤੇ ਚੜ੍ਹਦੇ ਸਨ ਜਾਂ ਫਿਰ ਨਹਿਰ ਦੇ ਵਿੱਚ ਤੈਰਾਕੀ ਲਾਉਂਦੇ ਸਨ। ਫਿਰ ਇੱਕ ਸਮਾਂ ਆਇਆ ਜਦੋਂ ਕਿ ਇਨਡੋਰ ਗੇਮਸ, ਜਦੋਂ ਬੱਚੇ ਕੈਰਮ ਬੋਰਡ ਅਤੇ ਅਜਿਹੀਆਂ ਗੇਮਸ ਵੱਲ ਝੁਕਣਾ ਸ਼ੁਰੂ ਹੋ ਗਏ। ਮੋਬਾਈਲ ਆਉਣ ਤੋਂ ਬਾਅਦ ਬੱਚਿਆਂ ਦਾ ਰੁਝਾਨ ਖੇਡਾਂ ਵਿੱਚ ਅਤੇ ਬਾਹਰ ਜਾਣ ਦੇ ਵਿੱਚ ਬਿਲਕੁਲ ਹੀ ਘਟ ਗਿਆ ਅਤੇ ਜ਼ਿਆਦਾਤਰ ਪੇਰੈਂਟਸ ਵੀ ਬੱਚਿਆਂ ਨੂੰ ਮੋਬਾਈਲ ਇਸ ਕਰਕੇ ਦੇਣ ਲੱਗ ਪਏ ਕਿ ਉਹਨਾਂ ਦਾ ਜਿਹੜਾ ਟਾਈਮ ਹੈ ਉਹ ਪਾਸ ਹੋ ਜਾਏਗਾ ਤੇ ਉਹਨਾਂ ਨਾਲ ਉਹ ਜ਼ਿਆਦਾ ਗੱਲਬਾਤ ਨਹੀਂ ਕਰਨਗੇ ਜਾਂ ਉਹਨਾਂ ਨੂੰ ਤੰਗ ਨਹੀਂ ਕਰਨਗੇ। ਲੇਕਿਨ ਇਸ ਦਾ ਬਹੁਤ ਮਾੜਾ ਅਸਰ ਜਿਹੜਾ ਸੁਸਾਇਟੀ ਵਿੱਚ ਦੇਖਣ ਨੂੰ ਮਿਲ ਰਿਹਾ, ਜਿਹਦੇ ਵਿੱਚ ਕਿ ਬੱਚਿਆਂ ਦੇ ਵਿੱਚ ਓਬੈਸਿਟੀ ਜਾਂ ਜਿਹੜਾ ਰੋਗ ਜਿਹੜੇ ਹੈ ਵਧਣੇ ਸ਼ੁਰੂ ਹੋ ਗਏ, ਬੱਚਿਆਂ ਦੀ ਹਾਈਟ 'ਤੇ ਫਰਕ ਪਿਆ, ਬੱਚਿਆਂ ਦੀ ਸਿਹਤ 'ਤੇ ਜਿਹੜਾ ਫਰਕ ਪੈਣਾ ਉਹ ਸ਼ੁਰੂ ਹੋ ਗਿਆ। ਜਨਰੇਸ਼ਨਸ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਬਹੁਤ ਮਾੜਾ ਪ੍ਰਭਾਵ ਦੇਖਣਗੀਆਂ ਜੇਕਰ ਅਸੀਂ ਇਹਦੇ ਤੋਂ ਆਪਣੇ ਵਤੀਰੇ ਤੋਂ ਨਾ ਬਦਲੇ। ਪਰ ਕੁਝ ਪੈਰੈਂਟਸ, ਕੁਝ ਬੱਚੇ ਅਜਿਹੇ ਹਨ ਕਿ ਜਿਹੜੇ ਕਿ ਹੁਣ ਵੀ ਬਾਹਰ ਨਿਕਲ ਕੇ ਬਾਹਰਲੀ ਦੁਨੀਆ ਦੇ ਵਿੱਚ ਗੇਮਸ ਦੇ ਖੇਡ ਰਹੇ ਨੇ ਔਰ ਉਹਨਾਂ ਦਾ ਆਪਣਾ ਨਾਮ ਵੀ ਉਸ ਗੇਮਸ ਦੇ ਵਿੱਚ ਬਣਾ ਰਹੇ ਹਨ। ਕੁਛ ਅਜਿਹਾ ਇੱਕ ਜਵਾਕ ਜਿਹੜਾ ਸਾਡੇ ਨਾਲ ਮੌਜੂਦ ਹੈ ਜਿਸ ਦੀ ਉਮਰ 9 ਸਾਲ ਹੈ ਤੇ ਜਿਹੜਾ ਦੁਬਈ ਦੇ ਵਿੱਚ ਜਾ ਕੇ ਆਪਣਾ ਇੱਕ ਨਾਮਣਾ ਖੱਟ ਕੇ ਆਇਆ ਹੈ, ਜਿਹੜਾ ਕਿ ਮੈਡਲ ਜਿੱਤ ਕੇ ਲਿਆਇਆ ਹੈ, ਕੱਪ ਜਿੱਤ ਕੇ ਲਿਆਇਆ ਹੈ ਕਰਾਟੇ ਦੇ ਵਿੱਚ। ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਰਮਾਨ ਸਿੰਘ ਸਹਿਦੇਵ ਆ। ਅੱਛਾ ਜੀ। ਅੱਛਾ, ਤੁਸੀਂ ਕਿੱਥੇ ਗਏ ਸੀਗੇ? ਕੋਈ ਕੰਪੀਟੀਸ਼ਨ ਤੇ ਗਏ ਸੀਗੇ? ਹਾਂਜੀ, ਮੈਂ ਦੁਬਈ ਇੰਟਰਨੈਸ਼ਨਲ ਖੇਡਣ ਗਿਆ ਸੀ। ਓਕੇ, ਤੇ ਕਿਸ ਗੇਮ 'ਚ ਖੇਡਣ ਗਏ ਸੀ ਤੁਸੀਂ? ਮੈਂ ਕਰਾਟੇ 'ਚ ਖੇਡਣ ਗਿਆ ਸੀ ਦੁਬਈ। ਓਕੇ, ਤੁਸੀਂ ਇਹ ਯੂਨੀਫਾਰਮ ਵੀ ਪਾਈ ਹੈ, ਮਤਲਬ ਹੁਣ ਤੁਸੀਂ ਜਾ ਰਹੇ ਹੋ ਪ੍ਰੈਕਟਿਸ ਵਾਸਤੇ ਜਾ ਰਹੇ ਹੋ? ਨਹੀਂ, ਹਲੇ ਤਾਂ ਮੈਂ ਹਾਂਜੀ ਮੈਂ ਜਾਊਂਗਾ ਹਲੇ। ਓਕੇ, ਅੱਛਾ, ਤੁਹਾਨੂੰ ਕਿੰਨੀ ਦੇਰ ਹੋ ਗਈ ਹੈ ਪ੍ਰੈਕਟਿਸ ਕਰਦਿਆਂ? ਮੈਨੂੰ ਉੱਥੇ 3 ਸਾਲ ਹੋ ਗਏ ਨੇ। ਓਕੇ, ਅੱਛਾ, ਇਹ ਜਿਹੜਾ ਕੰਪੀਟੀਸ਼ਨ ਸੀ, ਇਹ ਕੰਪੀਟੀਸ਼ਨ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੰਪੀਟੀਸ਼ਨ ਹੈਗਾ? ਇਹ ਸਾਡੇ ਸਰ ਕੋਚ ਹੀ ਦੱਸਦੇ ਆ ਕਿ ਇੱਥੇ ਕੰਪੀਟੀਸ਼ਨ ਆ, ਉੱਥੇ ਕੰਪੀਟੀਸ਼ਨ ਆ, ਫਿਰ ਉਹ ਦੱਸਦੇ ਨੇ ਤੇ ਫਿਰ ਜਾਈਦਾ ਵਾ। ਕਿਹੜੇ ਕੌਣ ਨੇ ਕੋਚ ਤੁਹਾਡੇ? ਕਿੱਥੋਂ ਤੁਸੀਂ ਤੇ ਪਿਛਲੇ 3 ਸਾਲਾਂ ਤੋਂ ਪ੍ਰਾਈਵੇਟ ਕੋਚਿੰਗ ਲੈ ਰਹੇ ਹੋ? ਨਹੀਂ, ਲੋਕਲ ਆ, ਸਾਰੇ ਆਉਂਦੇ ਆ। ਮੇਰੇ ਕੋਚ ਦਾ ਨਾਮ ਹੈਗਾ ਵਾ ਪਵਨ ਸਰ, ਹਨੀ ਸਰ ਤੇ ਹਰਦੀਪ ਸਰ। ਓਕੇ, ਤੇ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਵੀ ਉੱਥੇ ਕੰਪੀਟੀਸ਼ਨ ਹੋ ਰਿਹਾ, ਤੁਸੀਂ ਜਾਓ? ਹਾਂਜੀ, ਉਹਨਾਂ ਨੇ ਦੱਸਿਆ ਸੀ ਤੁਸੀਂ ਉੱਥੇ ਚਲ ਜਾਓ, ਤੁਹਾਡੀ ਮਰਜ਼ੀ, ਤੁਸੀਂ ਕਰਨਾ ਵਾ। ਓਕੇ, ਤੇ ਤੁਸੀਂ ਫਿਰ ਜਾ ਕੇ ਜਿਸ ਤਰ੍ਹਾਂ ਹੁਣ ਉੱਥੇ ਕੱਪ ਲੈ ਕੇ ਆਏ ਹੋ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਵਧੀਆ ਮਹਿਸੂਸ ਹੋ ਰਿਹਾ। ਬਹੁਤ ਖੁਸ਼ੀ ਲੱਗ ਰਹੀ ਹੈ, ਬਹੁਤ ਅੱਛਾ ਲੱਗ ਰਿਹਾ ਹੈ ਨਾ। ਹਾਂਜੀ, 3 ਸਾਲ ਤੁਹਾਨੂੰ ਗੇਮ ਖੇਡਦੇ ਹੋ ਗਏ, ਤੁਸੀਂ ਸੋਚਿਆ ਸੀ ਮੈਂ ਕੰਪੀਟੀਸ਼ਨ 'ਚ ਦੁਬਈ ਜਾ ਕੇ ਜਿਹੜਾ ਹੈਗਾ ਉਹ ਜਿੱਤਾਂਗਾ? ਤੁਹਾਨੂੰ ਇਹਦਾ ਜਿਹੜਾ ਕ੍ਰੈਡਿਟ ਹੈ ਸਮਝਦੇ ਹੋ ਵੀ ਕੌਣ, ਕਿਹਦੇ ਕਰਕੇ ਤੁਸੀਂ ਗਏ ਅੱਗੇ? ਇਹ ਸਾਡੇ ਕੋਚ ਹੀ ਆ ਜੋ ਸਿਖਾਉਂਦੇ ਆ, ਅੱਗੇ ਲੈ ਕੇ ਜਾਂਦੇ ਆ, ਆਪਾਂ ਇੱਦਾਂ ਜਾ ਨਹੀਂ ਸਕਦੇ। ਓਕੇ, ਅੱਛਾ, ਜਦੋਂ ਗੇਮ ਹੋ ਰਹੀ ਸੀ ਕਿਹਦੇ ਨਾਲ ਗੇਮ ਹੋਈ ਸੀ? ਕਿੰਨੇ ਰਾਊਂਡ ਹੋਏ ਸੀ ਉਹਦੇ ਵਿੱਚ? ਉਹ 'ਚ ਇੱਕੋ ਹੀ ਰਾਊਂਡ ਹੋਇਆ ਸੀ। ਓਕੇ, ਤੇ ਕਰਾਟੇ ਗੇਮ ਵਿੱਚ ਕਿਸ ਤਰ੍ਹਾਂ ਹੁੰਦੀ ਹੈ, ਐਸੇ ਜਿੱਤ ਹਾਰ ਕਿਸ ਤਰ੍ਹਾਂ ਡਿਸਾਈਡ ਕਰਦੇ ਨੇ? ਇਹ ਉੱਥੇ ਨਾ ਟਾਈਮ ਹੁੰਦਾ ਵਾ, ਟਾਈਮ ਜਿਹੜਾ ਪੁਆਇੰਟ ਅੱਗੇ ਲੈ ਗਿਆ ਉੱਥੇ ਸਕਰੀਨ ਉੱਤੇ ਪੁਆਇੰਟ ਵਧੀ ਜਾਂਦੇ ਆ,
ਇੱਕ ਰੈੱਡ ਹੁੰਦਾ ਇੱਕ ਬਲੂ ਹੁੰਦਾ ਵਾ, ਜਿਹਦਾ ਪੁਆਇੰਟ ਜ਼ਿਆਦਾ ਉਹ ਟਾਈਮ ਖਤਮ ਹੋਣ ਤੋਂ ਪਹਿਲਾਂ ਵੱਧ ਗਏ ਉਹ ਜਿੱਤ ਗਿਆ। ਓਕੇ, ਅੱਛਾ ਪੁਆਇੰਟਸ ਕਿਸ ਤਰ੍ਹਾਂ ਸਿਸਟਮ, ਪੁਆਇੰਟ ਸਿਸਟਮ ਕਿਸ ਤਰ੍ਹਾਂ ਚੱਲਦਾ ਇਹਦੇ ਵਿੱਚ? ਪੁਆਇੰਟ ਸਿਸਟਮ ਇਹ 'ਚ ਬਸ ਉਹ ਜੁੱਡੋ ਵਾਂਗੂ ਨਹੀਂ ਹੈਗਾ ਜੋ ਏਡੀ ਜ਼ੋਰ ਦੀ ਮਾਰਦੇ ਨੇ, ਬਸ ਟੱਚ ਬੈਕ ਹੀ ਕਰਨਾ ਹੁੰਦਾ, ਮਾਰਨਾ ਨਹੀਂ ਹੁੰਦਾ ਖਿੱਚ ਕੇ। ਓਕੇ, ਇੱਦਾਂ ਤੁਸੀਂ ਮਤਲਬ ਸਾਹਮਣੇ ਵਾਲੇ ਦੀ ਬਾਡੀ ਤੇ ਟੱਚ ਕਰਨਾ ਹੁੰਦਾ ਤੇ ਤੁਹਾਨੂੰ ਪੁਆਇੰਟ ਮਿਲ ਜਾਂਦਾ? ਹਾਂ, ਟੱਚ ਹੀ ਕਰਨਾ ਹੁੰਦਾ, ਮਾਰਨਾ ਨਹੀਂ ਹੁੰਦਾ। ਓਕੇ, ਤੁਹਾਡਾ ਜਿਹੜਾ ਕੰਪੀਟੀਸ਼ਨ ਸੀ, ਜਿਹੜਾ ਮੁਕਾਬਲਾ ਸੀ, ਉਹ ਕਿਹਦੇ ਨਾਲ ਸੀ? ਉਹ ਮੇਰੇ ਕਲੱਬ ਦਾ ਹੀ ਸੀ, ਉਹਦਾ ਨਾਮ ਕਬੀਰ ਹੈਗਾ ਵਾ, ਉਹ ਮੇਰੇ ਨਾਲ ਉੱਥੇ ਫਾਈਟ ਕੀਤੀ ਸੀ। ਓਕੇ, ਦੁਬਈ 'ਚ। ਠੀਕ ਹੈ। ਤੇ ਤੁਸੀਂ ਇੱਥੇ ਹੋਰ ਕਿਹੜੀ ਕੰਟਰੀਜ਼, ਹੋਰ ਕਿਸੇ ਕੰਟਰੀਜ਼ ਤੋਂ ਵੀ ਆਏ ਸੀਗੇ ਇੱਥੇ ਬੱਚੇ? ਹਾਂਜੀ, ਬਹੁਤ ਤਰ੍ਹਾਂ ਦੇ ਕੰਟਰੀ 'ਚੋਂ ਆਏ ਸੀ, ਜਿੱਦਾਂ ਆਸਟ੍ਰੇਲੀਆ ਹੋ ਗਿਆ ਸ਼੍ਰੀਲੰਕਾ ਹੋ ਗਿਆ, ਬਹੁਤ ਜ਼ਿਆਦਾ ਸਟੇਟਸ ਤੋਂ ਬੱਚੇ ਆਏ ਸੀ। ਓਕੇ, ਕੰਟਰੀਜ਼ ਤੋਂ ਵੀ। ਓਕੇ, ਹੁਣ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ? ਮੈਂ ਸਪਰਿੰਗਡੇਲ ਪੜ੍ਹਦਾ ਜੀ। ਓਕੇ, ਤੇ ਜਦੋਂ ਤੁਸੀਂ ਤੁਹਾਡੇ ਸਕੂਲ 'ਚ ਪਤਾ ਲੱਗਾ ਤੇ ਫਿਰ ਸਕੂਲ ਵਾਲਿਆਂ ਨੇ, ਤੁਹਾਡੇ ਟੀਚਰ ਨੇ, ਤੁਹਾਡੇ ਪ੍ਰਿੰਸੀਪਲ ਨੇ ਤੁਹਾਨੂੰ ਕੋਈ ਰਿਸਪੌਂਸ ਦਿੱਤਾ ਉਹਦੇ ਵਾਸਤੇ? ਪ੍ਰਿੰਸੀਪਲ ਨੇ ਦਿੱਤਾ ਸਾਡੀ ਕਲਾਸ 'ਚ, ਬਸ ਕਲਾਸ 'ਚ ਹੋ ਗਿਆ। ਕਲਾਸ 'ਚ ਮਤਲਬ ਸਾਰਿਆਂ ਨੇ, ਮੈਮ ਨੇ ਦੱਸਿਆ ਕਿ ਅਰਮਾਨ ਜਿਹੜਾ ਹੈ ਉਹ ਕੱਪ ਜਿੱਤ ਕੇ ਆਇਆ? ਹਾਂਜੀ, ਦੱਸਿਆ ਸੀ। ਤੇ ਸਾਰਿਆਂ ਨੇ ਬਕਅਪ ਕੀਤਾ, ਤਾਲੀਆਂ ਮਾਰੀਆਂ? ਮਾਰੀਆਂ। ਵੈਰੀ ਗੁੱਡ। ਕਿੰਨਾ ਕੁ ਅੱਛਾ ਲੱਗਾ ਜਦੋਂ ਤਾਲੀਆਂ ਵੱਜੀਆਂ? ਵਧੀਆ ਫੀਲ ਹੋਇਆ ਸੀ। ਹੁਣ ਅੱਗੇ ਫਿਰ ਕੀ ਸੋਚਿਆ ਹੁਣ ਗੇਮ ਨੂੰ ਲੈ ਕੇ? ਗੇਮ ਨੂੰ ਲੈ ਕੇ ਤਾਂ ਸੋਚਿਆ ਅੱਗੇ ਜਾ ਕੇ ਵਧੀਆ ਕਰੂੰਗਾ, ਕਰਾਟੇ ਚੈਂਪੀਅਨ ਬਣ ਜਾਊਂਗਾ, ਫਿਰ ਆਈ ਸੋਚਿਆ ਮੈਂ। ਓਕੇ, ਅੱਛਾ ਇਹ ਅਰਮਾਨ, ਇਹ ਦੱਸੋ ਵੀ ਤੁਹਾਨੂੰ ਜਿਹੜਾ ਪੇਰੈਂਟਸ, ਤੁਹਾਡੇ ਪਾਪਾ ਜਾਂ ਮੰਮੀ ਹੈ ਨਾ, ਹੋਰ ਕੋਈ ਫੈਮਿਲੀ ਦੇ ਵਿੱਚ ਜੋ ਵੀ ਹੋਣਗੇ, ਉਹਨਾਂ ਨੇ ਕਿਸ ਤਰ੍ਹਾਂ ਸਪੋਰਟ ਕੀਤਾ? ਕਿਉਂਕਿ ਮੰਮੀ ਪਾਪਾ ਨੇ ਸਪੋਰਟ ਕੀਤਾ ਤੇ ਫਿਰ ਹੀ ਤੁਸੀਂ ਇੱਥੇ ਆਏ ਹੋ ਨਾ? ਹਾਂਜੀ, ਪਾਪਾ ਨੇ ਸਪੋਰਟ ਕੀਤਾ ਮੈਨੂੰ ਆਪ ਬਹੁਤ ਕਰਾਟੇ ਪਸੰਦ ਸੀ, ਟੀਵੀ 'ਚ ਵੇਖਦਾ ਰਿਹਾ, ਫਿਰ ਹੁਣ ਮੈਂ ਕਰਨ ਡਿਆ ਪਿਆ। ਓਕੇ, ਤੇ ਨਾਲ ਇਹਦੇ ਨਾਲ ਪੜ੍ਹਾਈ ਨਹੀਂ ਬੋਦਰ ਹੁੰਦੀ? ਪੜ੍ਹਾਈ ਮਤਲਬ ਡਿਸਟਰਬ ਨਹੀਂ ਹੁੰਦੀ ਇਹਦੇ ਨਾਲ ਪੜ੍ਹਾਈ? ਨਹੀਂ, ਮੇਰੀ ਰੂਟੀਨ ਬਣ ਗਈ ਹੈ ਨਾ, ਪੜ੍ਹਾਈ ਡਿਸਟਰਬ ਨਹੀਂ ਹੁੰਦੀ। ਓਕੇ, ਰੂਟੀਨ ਹੀ ਬਣ ਗਈ ਆ। ਤੇ ਟਾਈਮ ਦੋਵਾਂ ਲਈ ਕੱਢ ਲੈਂਦੇ ਹੋ? ਪ੍ਰੋਪਰ ਟਾਈਮ ਕੱਢ ਲੈਂਦੇ ਹੋ ਪੜ੍ਹਾਈ ਵਾਸਤੇ ਵੀ ਤੇ ਗੇਮ ਵਾਸਤੇ ਵੀ? ਹਾਂ, ਮੈਂ ਤੁਹਾਨੂੰ ਆਪਣੀ ਰੂਟੀਨ ਹੀ ਦੱਸ ਦਿੰਦਾ। ਮੈਂ ਸਵੇਰੇ ਸਕੂਲ ਜਾਂਦਾ, ਉੱਥੋਂ 3 o'clock ਵਾਪਸ ਆਉਂਦਾ, ਫਿਰ ਮੈਂ 4 to 5:30 ਟਿਊਸ਼ਨ ਪੜ੍ਹਦਾ, ਫਿਰ 6 to 8 ਕਰਾਟੇ ਹੁੰਦਾ, ਫਿਰ ਮੈਂ ਘਰ ਆਣ ਕੇ ਖਾਣਾ ਖੁਣਾ ਖਾ ਕੇ ਸੋ ਜਾਂਦਾ, ਫਿਰ ਇੱਥੇ ਪੜ੍ਹਾਈ ਡਿਸਟਰਬ ਨਹੀਂ ਹੁੰਦੀ, ਟਿਊਸ਼ਨ 'ਚ ਸਾਰਾ ਕੰਮ ਹੋ ਜਾਂਦਾ। ਓਕੇ, ਸੋ ਤੁਸੀਂ ਮਤਲਬ ਵੈਲ ਮੈਨੇਜ ਕੀਤਾ ਹੈ ਆਪਣੀ ਲਾਈਫ ਨੂੰ, ਔਰ ਬਿਜ਼ੀ ਮੈਨ ਹੋ ਤੁਸੀਂ। ਅੱਛਾ, ਜਿਹੜੇ ਬੱਚੇ ਸਪੋਰਟਸ ਨਹੀਂ ਕਰਦੇ, ਤੁਹਾਡੀ ਉਮਰ ਦੇ ਨੇ ਹੈ ਨਾ, ਜਾਂ ਛੋਟੇ ਨੇ ਜਾਂ ਵੱਡੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋ? ਕਿਉਂਕਿ ਸਪੋਰਟਸ ਵੱਲ ਬਹੁਤੇ ਬੱਚਿਆਂ ਦਾ ਧਿਆਨ ਨਹੀਂ, ਅੱਜ ਕੱਲ੍ਹ ਮੋਬਾਈਲ ਦੇਖਦੇ ਆ ਜ਼ਿਆਦਾ ਬੱਚੇ। ਤੁਸੀਂ ਮੋਬਾਈਲ ਨਹੀਂ ਦੇਖਦੇ? ਨਹੀਂ, ਮੈਨੂੰ ਬਸ ਰਾਤ ਨਹੀਂ ਮਿਲਦਾ। ਰਾਤ ਨੂੰ ਮਿਲਦਾ? ਅੱਛਾ, ਮਤਲਬ ਪਾਪਾ ਦਿੰਦੇ ਨਹੀਂ ਮੋਬਾਈਲ? ਨਹੀਂ, ਸਵੇਰੇ ਤੇ ਪਾਪਾ ਕੰਮ 'ਚ ਜਾਂਦੇ ਆ, ਕੰਮ ਕਰਦੇ ਆ, ਤੇ ਉਹ ਥੱਲੇ ਹੁੰਦੇ, ਫਿਰ ਮੈਂ ਆਪਣੀ ਦੁਕਾਨ 'ਤੇ ਹੁੰਦੇ ਆ, ਤੇ ਫਿਰ ਮੈਂ ਕਰ ਨਹੀਂ ਪਾਉਂਦਾ। ਰਾਤ ਜਦੋਂ ਵਾਪਸ ਆਉਂਦੇ ਉਦੋਂ ਮਿਲਦਾ। ਓਕੇ, ਕਿੰਨੀ ਦੇਰ ਮੋਬਾਈਲ ਦੇ? 50-60 ਮਿੰਟਸ। ਤੇ ਕੀ ਉਹਦੇ 'ਚ ਗੇਮ ਖੇਡਦੇ ਹੋ ਜਾਂ ਕੋਈ ਕਾਰਟੂਨ ਵਗੈਰਾ ਦੇਖਦੇ ਹੋ? ਗੇਮ ਖੇਡਦਾ ਮੈਂ। ਸੋ ਮਤਲਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਤੁਸੀਂ ਗੇਮ ਵੀ ਖੇਡਦੇ ਹੋ, ਤੁਸੀਂ ਮੋਬਾਈਲ ਵੀ ਦੇਖਦੇ ਹੋ, ਤੁਸੀਂ ਸਟੱਡੀ ਵੀ ਕਰਦੇ ਹੋ, ਤੇ ਮੇਰਾ ਮਤਲਬ ਹੈਗਾ ਕਿ ਹਰ ਇੱਕ ਕੰਮ ਹੋ ਸਕਦਾ, ਪਰ ਉਹਨੂੰ ਲਿਮਿਟ 'ਚ ਕਰਨਾ ਚਾਹੀਦਾ, ਉਹਦਾ ਸ਼ਡਿਊਲ ਬਣਾਉਣਾ ਚਾਹੀਦਾ। ਇਹ ਤਾਂ ਰੂਟੀਨ ਹੈ ਨਾ, ਰੂਟੀਨ 'ਤੇ ਡਿਪੈਂਡ ਕਰਦਾ। ਆਪਣਾ ਟਾਈਮ ਕੱਢੋ ਤੇ ਕਰੋ। ਆਪਣੇ ਜਿਹੜੇ ਤੁਹਾਡੇ ਵਰਗੇ ਸਟੂਡੈਂਟਸ ਨੇ, ਉਹਨਾਂ ਨੂੰ ਸਪੋਰਟਸ ਬਾਰੇ ਕੀ ਕਹਿਣਾ ਚਾਹੋਗੇ? ਸਪੋਰਟਸ ਉਹਨਾਂ ਨੂੰ ਕਰਨੀ ਚਾਹੀਦੀ ਹੈ, ਨਹੀਂ ਕਰਨੀ ਚਾਹੀਦੀ, ਤੇ ਕਿਉਂ ਕਰਨੀ ਚਾਹੀਦੀ ਹੈ? ਇਹ ਹੁਣ ਮੈਂ ਕਹਿ ਸਕਦਾ ਕਿ ਕਰਨੀ ਚਾਹੀਦੀ ਆ, ਪਰ ਫਿਰ ਮੈਂ ਉਹਨਾਂ ਨੂੰ ਧੱਕਾ ਨਹੀਂ ਨਾ ਕਰ ਸਕਦਾ। ਨਹੀਂ, ਧੱਕਾ ਨਹੀਂ, ਅਸੀਂ ਤਾਂ ਸਲਾਹ ਹੀ ਦੇ ਸਕਦੇ ਹਾਂ, ਹੈ ਨਾ, ਪਰ ਆਪਾਂ ਸਲਾਹ ਤੇ ਦੇ ਸਕਦੇ ਹਾਂ ਨਾ। ਉਹ ਸਲਾਹ ਕੀ ਹੈ ਆਪਣੀ? ਸਲਾਹ ਤੇ ਦੇ ਸਕਦਾ ਕਿ ਕਰੋ ਸਪੋਰਟਸ, ਮੋਬਾਈਲ ਫੜੋ, ਪਰ ਘੱਟ ਥੋੜ੍ਹੀ ਦੇਰ ਫੜੋ, ਲਿਮਿਟ ਕਰੋ ਆਪਣੀ। ਓਕੇ, ਬਸ ਥੋੜਾ ਬਹੁਤ ਟਾਈਮ ਸਪੋਰਟਸ ਵਾਸਤੇ ਜ਼ਰੂਰ ਕੱਢੋ, ਪੜ੍ਹਾਈ ਵੀ ਕਰੋ, ਮੋਬਾਈਲ ਕੋ ਸਾਰਾ ਕੁਝ ਕਰੋ। ਓਕੇ, ਹੁਣ ਫਿਊਚਰ 'ਚ ਕੀ ਸੋਚਿਆ ਵੀ ਇਹ ਕੰਟੀਨਿਊ ਕਰਾਂਗੇ ਗੇਮ ਨਾਲ? ਇਹ ਮੈਂ ਗੇਮ ਕੰਟੀਨਿਊ ਕਰਦੀ ਰਹਿਣੀ ਆ। ਕੰਟੀਨਿਊ ਕਰਦੇ ਹਾਂਜੀ।
ਸੋ ਇਹ ਸੰਜੀ ਤੁਸੀਂ ਅਰਮਾਨ ਸਿੰਘ ਜਿਹਦੇ ਕਿ ਤੁਸੀਂ ਵਿਚਾਰ ਸੁਣੇ ਨੇ, ਬਹੁਤ ਵਧੀਆ ਵਿਚਾਰ ਨੇ। ਸੋ ਇਹ ਵਿਚਾਰ ਆਏ ਕਿੱਥੋਂ? ਇਹ ਵਿਚਾਰ ਉਹਦੇ ਜਿਹੜੇ ਪੇਰੈਂਟਸ ਨੇ, ਉਹਦੇ ਮਾਤਾ ਨੇ, ਪਿਤਾ ਨੇ। ਸਾਡੇ ਨਾਲ ਉਹਨਾਂ ਦੇ ਪਿਤਾ ਜੀ ਮੌਜੂਦ ਨੇ, ਦਵਿੰਦਰ ਸਿੰਘ ਜੀ। ਪੈਰਾ 올림픽 ਤੁਹਾਨੂੰ ਦੱਸ ਦਈਏ ਵੀ ਖਿਡਾਰੀ ਵੀ ਨੇ, ਔਰ ਇਹਨਾਂ ਨੇ ਹੀ ਜਿਹੜਾ ਹੈ ਬੈਕਅਪ ਕੀਤਾ ਆਪਣੇ ਬੱਚੇ ਨੂੰ, ਔਰ ਜਿਹੜਾ ਹੱਲਾਸ਼ੇਰੀ ਦਿੱਤੀ ਹੈ, ਔਰ ਅੱਜ ਇਸ ਮੁਕਾਮ ਤੇ ਪਹੁੰਚਿਆ। ਆਸ ਕਰਦੇ ਹਾਂ ਕਿ ਅੱਗੇ ਵੀ ਇਸ ਤਰ੍ਹਾਂ ਹੀ ਮੱਲਾ ਮਾਰਦਾ ਰਹੇਗਾ। ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿੰਨਾ ਔਖਾ ਸੀਗਾ ਜਾਂ ਕਿਸ ਤਰ੍ਹਾਂ ਸਟਾਰਟ ਹੋਇਆ। ਜੀ ਭਾਈ ਸਾਹਿਬ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਤੁਸੀਂ ਖੁਦ ਵੀ ਇੱਕ ਪੈਰਾ ਜਿਹੜਾ 올림픽 ਜਾਂ ਗੇਮ ਜਾਂ ਖੇਡਦੇ ਹੋ, ਤੇ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਤੁਹਾਡੇ ਮਨ 'ਚ ਆਇਆ ਵੀ ਹੁਣ ਇਸ ਗੇਮ 'ਚ ਪਾਉਣਾ ਜੀ? ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਰੈਕਟ ਕਰਾਂਗਾ ਕਿ ਪੈਰਾ ਸਪੋਰਟਸ, ਕਿਉਂਕਿ ਪੈਰਾ 올림픽 ਉਦੋਂ ਕਿਹਾ ਜਾਂਦਾ ਜਦੋਂ ਅਸੀਂ 올림픽ਸ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਦੇ ਹਾਂ। ਉਸ ਤੋਂ ਪਹਿਲਾਂ ਅਸੀਂ ਜਿਹੜੀ ਵੀ ਕੋਈ ਗੇਮ ਕਰਦੇ ਹਾਂ, ਮੈਂ ਸ਼ੂਟਿੰਗ ਕਰਦਾ, ਪੈਰਾ ਸ਼ੂਟਿੰਗ ਦੀ ਕੈਟੇਗਰੀ 'ਚ ਆਉਂਦੀ ਹੈ। ਸੋ ਦੂਸਰੀ ਗੱਲ ਇਹ ਹੈਗੀ ਹੈ ਕਿ ਸਪੋਰਟਸ ਮੈਂ ਜਦੋਂ ਠੀਕ ਵੀ ਸੀਗਾ ਇਸ ਡਿਸੇਬਿਲਿਟੀ ਤੋਂ ਪਹਿਲਾਂ, ਅਤੇ ਮੈਂ ਉਦੋਂ ਵੀ ਸਪੋਰਟਸ ਕਰਦਾ ਸੀਗਾ। ਅਤੇ ਸਪੋਰਟਸ ਇੱਕ ਬੰਦੇ ਦਾ ਇੱਕ ਅਹਿਮ ਅੰਗ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਜਿਹੜਾ ਕਿ ਉਹਨੂੰ ਹਮੇਸ਼ਾ ਇੱਕ ਫਾਈਟਿੰਗ ਸਪਿਰਿਟ ਪੈਦਾ ਕਰਦਾ ਬੰਦੇ ਦੇ ਵਿੱਚ, ਉਹਨੂੰ ਸਿਚੁਏਸ਼ਨਸ ਹੈਂਡਲ ਕਰਨ ਦੀ ਸਮਰੱਥਾ ਬਖਸ਼ਿਸ਼ ਕਰਦਾ। ਸੋ ਮੈਂ ਜਦੋਂ ਆਪਣੀ ਇੰਜਰੀ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਰੀਹੈਬਿਲਿਟੇਸ਼ਨ ਤੋਂ ਬਾਅਦ ਇੰਡੀਪੈਂਡੈਂਟ ਹੋਇਆ, ਤਾਂ ਕਾਫੀ ਜ਼ਿਆਦਾ ਪ੍ਰਾਇਓਰਟੀਜ਼ ਹੋਰ ਸੀਗੀਆਂ। ਪਰ ਜਦੋਂ ਮੈਂ ਆਪਣੇ ਆਪ ਨੂੰ ਸਟੇਬਲਾਈਜ਼ ਕਰ ਲਿਆ, ਅਤੇ ਮੈਂ ਥੋੜ੍ਹਾ ਜਿਹਾ ਗੇਮ ਦੇ ਵਿੱਚ ਦੁਬਾਰਾ ਅੱਗੇ ਆਉਣਾ ਸ਼ੁਰੂ ਕਰਤਾ, ਜਿਹਦੇ ਵਿੱਚ ਕਾਰ ਰੇਸਿੰਗ ਵਗੈਰਾ ਸੀਗੀ, ਪਲੱਸ ਨਾਲ ਸ਼ੂਟਿੰਗ ਸੀਗੀ। ਸੋ ਸ਼ੂਟਿੰਗ ਜਿਹੜੀ ਮੇਰਾ ਇੱਕ ਸ਼ੌਂਕ ਸੀਗਾ, ਨਾ ਮੈਂ ਪ੍ਰੋਫੈਸ਼ਨਲੀ ਨਹੀਂ ਕਰਦਾ। ਅਤੇ ਜਦੋਂ ਮੈਂ ਸ਼ੂਟਿੰਗ ਕਰਦਾ ਸੀਗਾ ਅਤੇ ਮੇਰੇ ਮੈਡਲਸ ਵਗੈਰਾ ਆਉਂਦੇ ਸੀਗੇ, ਅਤੇ ਬੇਟਾ ਉਸ ਤੋਂ ਵੀ ਕਾਫੀ ਮੋਟੀਵੇਟ ਹੁੰਦਾ ਸੀਗਾ। ਉਹਨੂੰ ਵੀ ਲੱਗਦਾ ਸੀਗਾ ਕਿ ਪਾਪਾ ਮੇਰੇ ਮੈਡਲ ਕਦੋਂ ਆਉਣਗੇ, ਜਾਂ ਮੈਂ ਵੀ ਫੇਮਸ ਕਿਸ ਤਰ੍ਹਾਂ ਹੋਊਂਗਾ। ਅਤੇ ਉਸ ਤਰ੍ਹਾਂ ਫਿਰ ਇਹਨੂੰ ਕਾਫੀ ਸਾਰਾ ਗੇਮ ਸੀਗੀਆਂ ਜੀ, ਇਹ ਤਾਂ ਨਹੀਂ ਸੀ ਪਤਾ ਕਿ ਇਹਨੂੰ ਕਿਹੜੀ ਗੇਮ 'ਚ ਲੈ ਕੇ ਜਾਣਾ। ਅਤੇ ਇਸ ਕਰਕੇ ਮੈਨੂੰ ਬਹੁਤ ਸਾਰੀਆਂ ਗੇਮ ਜਿਹੜੀਆਂ ਸੀਗੀਆਂ ਘਰ ਦੇ ਵਿੱਚ, ਜਿਹੜਾ ਇਹਨਾਂ ਦਾ ਦਿਖਾਉਂਦਾ ਸੀਗਾ, ਜਿਹਨਾਂ ਦਾ ਮਨ ਕਰਦਾ ਸੀਗਾ, ਇਹਨਾਂ ਨੂੰ ਉਹ ਇਕਵਿਪਮੈਂਟ ਲੈ ਕੇ ਦੇ ਦਿੱਤੀਆਂ ਜਾਂਦੀਆਂ, ਜਿਵੇਂ ਹਾਕੀ ਹੋ ਗਈ, ਕੋਈ ਬੈਡਮਿੰਟਨ ਹੋ ਗਿਆ, ਬਾਕਸਿੰਗਸ ਹੋ ਗਈ। ਰਨਿੰਗ ਵਗੈਰਾ ਵੀ ਮੇਰੇ ਨਾਲ ਜਾਂਦਾ ਸੀਗਾ, ਰਨਿੰਗ ਕਰਨ ਵਾਸਤੇ ਰਨਿੰਗ ਕਰ ਲੈਂਦਾ 3-4 ਕਿਲੋਮੀਟਰ। ਸੋ ਕਾਫੀ ਤਰ੍ਹਾਂ ਦੀਆਂ ਗੇਮ ਜਿਹੜੀਆਂ ਸੀਗੀਆਂ ਚੱਲਦੀਆਂ ਸੀਗੀਆਂ। ਬਟ ਕੋਵਿਡ ਦੇ ਦੌਰਾਨ ਇਹਦਾ ਵੇਟ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋ ਗਿਆ, ਅਤੇ ਮੈਨੂੰ ਪਤਾ ਲੱਗਾ ਕਿ ਪ੍ਰੋਫੈਸ਼ਨਲੀ ਮੈਂ ਕਿਤੇ ਜਦੋਂ ਲੈ ਕੇ ਜਾਂਦਾ ਸੀ, ਮੈਨੂੰ ਖੁਦ ਮੁਸ਼ਕਿਲ ਆਉਂਦੀ ਸੀ ਕਿ ਮੈਂ ਦੂਰ ਕਿਤੇ ਲੈ ਕੇ ਜਾਵਾਂ, ਅਤੇ ਮੇਰੀ ਆਪਣੀ ਰੂਟੀਨ ਜ਼ਿਆਦਾ ਬਿਜ਼ੀ ਹੋਣ ਦੇ ਕਰਕੇ ਮੈਨੂੰ ਦੂਰ ਲੈ ਕੇ ਨਹੀਂ ਸੀ ਜਾ ਪਾਉਂਦਾ। ਅਤੇ ਮੈਨੂੰ ਪਤਾ ਲੱਗਾ ਕਿ ਸੈਲੀਬ੍ਰੇਸ਼ਨ ਮਾਲ ਦੀ ਲੋਅਰ ਗਰਾਊਂਡ ਦੇ ਵਿੱਚ ਕਰਾਟੇ ਦੀ ਪ੍ਰੈਕਟਿਸ ਚੱਲਦੀ ਹੈ, ਅਤੇ ਮੈਂ ਉਹਨਾਂ ਦੇ ਕੋਚ ਸਾਹਿਬ ਨਾਲ ਗੱਲ ਕੀਤੀ, ਅਤੇ ਉਹ ਕਹਿੰਦੇ ਕੋਈ ਨਾ, ਸਾਡੇ ਕੋਲ ਭੇਜ ਦਿਆ ਕਰੋ। ਅਤੇ ਸੋ ਮੇਰਾ ਉੱਥੇ ਭੇਜਣ ਦਾ ਕਾਰਨ ਸਿਰਫ ਇਹ ਸੀਗਾ ਕਿ ਥੋੜ੍ਹਾ ਬੋਡੀ ਫਿਟਨੈਸ ਰਹੇ। ਪਰ ਇਹਦੀ ਲਗਨ ਸੀਗੀ ਜਾਂ ਕੋਚ ਸਾਹਿਬ ਦੀ ਮਿਹਨਤ ਸੀਗੀ, ਜਿਹੜੇ ਕਿ ਇਹਨੇ ਬਹੁਤ ਪ੍ਰੋਫੈਸ਼ਨਲੀ ਕੋਚਿੰਗ ਦਿੰਦੇ ਨੇ, ਕਿ ਅੱਜ ਇਹ ਬੱਚੇ ਇੰਨੀ ਛੋਟੀ ਉਮਰ ਦੇ ਵਿੱਚ ਹੀ ਡੋਮੈਸਟਿਕ ਅਤੇ ਕਿ ਇੰਟਰਨੈਸ਼ਨਲ ਲੈਵਲ 'ਤੇ ਵੀ ਖੇਡਣ ਦੇ ਯੋਗ ਬਣ ਸਕੇ। ਸਰ ਤੁਸੀਂ ਬੜੀ ਇੱਕ ਨਾਰਮਲ ਲਾਈਫ ਜੀਵੀ ਹੈ, ਉਸ ਤੋਂ ਬਾਅਦ ਐਕਸੀਡੈਂਟ ਤੋਂ ਬਾਅਦ ਜਿਹੜਾ ਤੁਸੀਂ ਇਹ ਲਾਈਫ 'ਚ ਵੀ ਆਏ ਹੋ, ਬੰਦਾ ਜ਼ਿਆਦਾ ਤਾਂ ਡਿਪਰੈਸ਼ਨ 'ਚ ਹੀ ਚਲੇ ਜਾਂਦਾ, ਲੇਕਿਨ ਤੁਸੀਂ ਆਪਣੇ ਡਿਪਰੈਸ਼ਨ ਤੋਂ ਓਵਰਕਮ ਜਿਹੜਾ ਕਰਕੇ ਅਤੇ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣੇ ਹੋ। ਈਵਨ ਕਿ ਤੁਸੀਂ ਪੰਜਾਬ ਜਿਹੜਾ ਬੋਰਡ ਬਣਿਆ ਡਿਸੇਬਿਲਿਟੀ ਬੋਰਡ ਹੈ, ਉਹਦੇ ਵਿੱਚ ਐਡਵਾਈਜ਼ਰੀ ਬੋਰਡ 'ਚ ਵੀ ਜਿਹੜੇ ਮੈਂਬਰ ਹੋ। ਆਪਣੀ ਵੀ ਥੋੜ੍ਹਾ ਦੱਸੋ ਕਿਸ ਤਰ੍ਹਾਂ ਮਤਲਬ ਸਪੋਰਟਸ ਤੱਕ, ਐਕਸੀਡੈਂਟ ਤੋਂ ਲੈ ਕੇ ਸਪੋਰਟਸ ਤੱਕ ਫਿਰ ਦੁਬਾਰਾ ਉਸੇ ਮੁਕਾਮ 'ਤੇ ਪਹੁੰਚਣਾ ਕਿਸ ਤਰ੍ਹਾਂ ਦਾ ਰਿਹਾ? ਦੇਖੋ ਜੀ, ਸਪੋਰਟਸ ਤੇ ਇੱਕ ਤੁਹਾਡੀ ਇੱਕ ਸੋਚ ਦੇ ਨਾਲ ਹੀ ਡਿਵੈਲਪ ਹੋ ਜਾਂਦੀ ਹੈ, ਜੇ ਤੁਸੀਂ ਸਪੋਰਟਸ ਕਰਨੀ ਚਾਹੁੰਦੇ ਹੋ। ਬਟ ਇਹ ਕੀ ਹੈਗਾ ਕਿ ਤੁਹਾਨੂੰ ਇੱਕ ਐਜ਼ ਏ ਡਿਸੇਬਲਡ ਪਰਸਨ ਸਪੋਰਟਸ ਕਰਨੀ ਆ, ਉਹਦੇ ਵਿੱਚ ਥੋੜ੍ਹਾ ਜਿਹਾ ਟਫ ਇਹ ਰਹਿ ਜਾਂਦਾ ਕਿ ਸਾਡਾ ਜਿਹੜਾ ਇਨਫਰਾਸਟਰਕਚਰ ਹੈ, ਇਹ ਕਾਫੀ ਜ਼ਿਆਦਾ ਕੋਈ ਸਪੋਰਟਿਵ ਨਹੀਂ ਆ ਸਾਡੇ ਡਿਸੇਬਲਡ ਬੰਦਿਆਂ ਲਈ, ਜਿਵੇਂ ਕਿ ਸਾਡਾ ਸਿਸਟਮ ਸਪੋਰਟਿਵ ਨਹੀਂ ਹੈ। ਸੋ ਕੋਈ ਵੀ ਡਿਸੇਬਲਡ ਬੰਦਾ ਜਦੋਂ ਘਰੋਂ ਬਾਹਰ ਨਿਕਲਦਾ, ਤਾਂ ਉਹਨੂੰ ਪਹਿਲਾਂ ਸਭ ਤੋਂ ਮਜਬੂਰੀ ਆਉਂਦੀ ਹੈ ਕਿ ਸਾਡਾ ਜਿਹੜੀ ਜਗ੍ਹਾ ਨੇ ਉਹ ਐਕਸੈਸੀਬਲ ਨਹੀਂ ਹੈ। ਐਕਸੈਸੀਬਲ ਤੋਂ ਭਾਵ ਇਹ ਹੁੰਦਾ ਕਿ ਉਹ ਜੇ ਕਿਤੇ ਬਾਹਰ ਜਾਣਾ ਚਾਹੁੰਦਾ ਆ, ਜੇ ਉਹ ਕਿਤੇ ਬੱਸ 'ਤੇ ਚੜ੍ਹਨਾ ਚਾਹੁੰਦਾ, ਕਿ ਬੱਸਾਂ ਦੇ ਵੀਲਚੇਅਰ ਜਾਂ ਉਹਨਾਂ ਦਾ ਕੋਈ ਜਿਹੜੇ ਬੰਦੇ ਟਰਾਈਸਾਈਕਲਸ ਵਗੈਰਾ 'ਤੇ ਨੇ, ਜਾਂ ਉਹ ਬਲਾਈਂਡ ਨੇ, ਕਿ ਉਹ ਆਪਣੇ ਆਪ ਚੱਲ ਸਕਦੇ ਨੇ, ਉਹਨਾਂ ਨੂੰ ਟੈਕਟਾਈਲ ਫਲੋਰਿੰਗਸ ਨਹੀਂ ਮਿਲਦੀਆਂ, ਜਾਂ ਉਹਨਾਂ ਨੂੰ ਖੱਡੇ ਮਿਲ ਜਾਂਦੇ ਨੇ, ਜਾਂ ਰੈਂਪਸ ਨਹੀਂ ਮਿਲਦੇ, ਜੇ ਮਿਲਦੇ ਨੇ ਤਾਂ ਉਹ ਐਜ਼ ਪਰ ਸਟੈਂਡਰਡਸ ਨਹੀਂ ਮਿਲਦੇ। ਜੇ ਉਹ ਆਪਣੇ ਕਿਸੇ ਸਟੇਡੀਅਮ ਦੇ ਵਿੱਚ ਜਾਂ ਕੋਈ ਸਪੋਰਟਸ 'ਤੇ ਜਾਂ ਫੈਸਿਲਿਟੀਜ਼ 'ਤੇ ਜਾਂਦੇ ਨੇ, ਅਤੇ ਉੱਥੇ ਉਹਨੂੰ ਅੰਦਰ ਨਹੀਂ ਜਾਇਆ ਜਾਂਦਾ। ਮੈਂ ਆਪਣੀ ਗਾਂਧੀ ਗਰਾਊਂਡ ਦੀ ਵੀ ਗੱਲ ਕਰ ਦੇਵਾਂ, ਅਤੇ ਉੱਥੇ ਵੀ ਅੰਦਰ ਜਾਣ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਤੇ ਰੈਂਪਸ ਨਹੀਂ ਮਿਲਦੇ। ਸੋ ਇੱਕ ਸਪੋਰਟਸਮੈਨ ਦੇ ਵਾਸਤੇ ਮੁਸ਼ਕਲਾਂ ਤਾਂ ਹੈਗੀਆਂ ਨੇ, ਬਟ ਬੀਇੰਗ ਏ ਪੈਰਾ ਸਪੋਰਟਸ ਉਹ ਮੁਸ਼ਕਲਾਂ ਕਈ ਗੁਣਾ ਜ਼ਿਆਦਾ ਹੁੰਦੀਆਂ ਨੇ। ਪਰ ਫਿਰ ਵੀ ਜਿਹੜੇ ਸਾਡੇ ਵੀਰ ਕੋਈ ਸਪੋਰਟਸ ਦਾ ਇੱਕ ਚਾਹ ਰੱਖ ਲੈਂਦੇ ਨੇ ਮਨ ਦੇ ਵਿੱਚ, ਅਤੇ ਫਿਰ ਉਹ ਕੋਈ ਨਾ ਕੋਈ ਰਾਹ ਤਾਂ ਕੱਢ ਲੈਂਦੇ ਨੇ, ਪਰ ਰਾਹ ਉਹਨਾਂ ਵੱਲੋਂ ਪਰਸਨਲੀ ਹੁੰਦੇ ਨੇ। ਸਿਸਟਮ ਦੇ ਸਪੋਰਟਿਵ ਅੱਜ ਤੱਕ ਮੈਂ ਨਹੀਂ ਦੇਖਿਆ ਕਿਤੇ ਵੀ ਹੈਗੇ ਨੇ। ਮੈਂ ਖੁਦ ਪਰਸਨਲੀ ਅਭਿਨਵ ਬਿੰਦਰਾ, ਜਿਹੜੇ ਕਿ ਗੋਲਡ ਮੈਡਲਿਸਟ ਰਹੇ ਨੇ, ਸ਼ੂਟਰ ਰਹੇ ਨੇ, ਤੁਹਾਡੀ ਫੀਲਡ ਦੇ ਬੰਦੇ ਨੇ, ਉਹਨਾਂ ਦੇ ਫਾਦਰ ਨਾਲ ਗੱਲ ਕੀਤੀ ਸੀ, ਅਤੇ ਉਹਨਾਂ ਨੇ ਖੁਦ ਕਿਹਾ ਸੀਗਾ ਕਿ ਮੈਂ ਆਪਣੇ ਬੇਟੇ ਦੀ ਟ੍ਰੇਨਿੰਗ ਦੇ ਵਿੱਚ ਕਰੋੜਾਂ ਰੁਪਏ ਖਰਚ ਕਰ ਦਿੱਤੇ,
ਤੇ ਅੱਜ ਮੈਨੂੰ ਲੱਗਦਾ ਕਿ ਤੁਸੀਂ ਇੰਨੇ ਕੁ ਸਮਰੱਥ ਹੋ ਗਏ ਹੋ ਕਿ ਆਪਣੇ ਬੇਟੇ ਲਈ ਪ੍ਰਾਈਵੇਟ ਕੋਚਿੰਗ ਦਾ ਤੁਹਾਡੇ ਲਈ ਤੁਸੀਂ ਪ੍ਰਬੰਧ ਕੀਤਾ ਹੈ। ਤੇ ਕੁਝ ਇਹੋ ਜਿਹੇ ਲੋਕ ਨੇ, ਜਿਹੜੇ ਟੈਲੈਂਟ ਬਹੁਤ ਹੈ ਪੰਜਾਬ 'ਚ, ਲੇਕਿਨ ਉਹਨੂੰ ਐਕਸਪਲੋਰ ਕਰਨ ਵਾਸਤੇ ਜਾਂ ਉਹਨੂੰ ਅੱਗੇ ਲੈ ਕੇ ਆਉਣ ਵਾਸਤੇ ਉਹਨਾਂ ਕੋਲ ਰਿਸੋਰਸਿਸ ਹੀ ਨਹੀਂ। ਤੇ ਸਰਕਾਰ ਤੇ ਮਤਲਬ ਬਿਲਕੁਲ, ਜੋ ਮੈਂ ਤੁਹਾਨੂੰ ਜਿਸ ਤਰ੍ਹਾਂ ਅਭਿਨਵ ਬਿੰਦਰਾ ਦੀ ਐਗਜ਼ਾਮਪਲ ਦਿੱਤੀ ਹੈ, ਤੇ ਉਸ ਤਰ੍ਹਾਂ ਹੀ ਕੋਈ ਆਪਣੇ ਬਲ ਤੇ ਕੋਈ ਬਣ ਜਾਵੇ ਤੇ ਬਣ ਜਾਵੇ। ਤੇ ਸਰਕਾਰ, ਮੈਨੂੰ ਲੱਗਦਾ ਹੈ, ਕੋਈ ਇੰਨਾ ਕੋਈ, ਤੁਸੀਂ ਕੀ ਸਮਝਦੇ ਹੋ ਇਸ ਤਰ੍ਹਾਂ? ਦੇਖੋ ਜੀ, ਇਹਦੇ ਵਾਸਤੇ ਜੋ ਮੈਂ ਸਮਝਦਾ ਹਾਂ ਕਿ ਬਹੁਤ ਵੱਡੇ ਬਜਟਸ ਦੀ ਜ਼ਰੂਰਤ ਤਾਂ ਨਹੀਂ ਹੁੰਦੀ, ਕਿ ਜਿੰਨਾ ਉਹਨਾਂ ਦਾ ਬਣਦਾ ਬਜਟ ਹੈਗਾ ਵਾ ਸਰਕਾਰਾਂ ਦਾ, ਜੇ ਉਸ ਬਜਟ ਨੂੰ ਹੀ, ਇਹ ਨਹੀਂ ਹੈਗਾ ਕਿ ਸਰਕਾਰਾਂ ਦੇ ਕੋਲ ਬਜਟਸ ਨਹੀਂ ਹੈਗੇ, ਸਰਕਾਰਾਂ ਦੇ ਕੋਲ ਐਂਪਲ ਬਜਟਸ ਨੇ, ਬਹੁਤ ਉਹਨਾਂ ਦੇ ਕੋਲ ਸਮਰੱਥਾ ਵੀ ਹੈਗੀ ਹੈ, ਦਿੱਤਾ ਜਾ ਸਕਦਾ ਆ। ਸੋ ਉਹ ਜੇਕਰ ਉਸ ਬਜਟ ਨੂੰ ਹੀ ਬਹੁਤ ਚੰਗੇ ਤਰੀਕੇ ਦੇ ਨਾਲ ਜ਼ਮੀਨ ਤੱਕ ਪਹੁੰਚਾਇਆ ਜਾਵੇ, ਠੀਕ ਹੈ, ਇੱਕ ਪ੍ਰੋਪਰ ਸਿਸਟਮ ਦੇ ਨਾਲ ਅਕਾਊਂਟੇਬਿਲਟੀ ਫਿਕਸ ਕਰਕੇ, ਤਾਂ ਮੈਂ ਸਮਝਦਾ ਹਾਂ ਕਿ ਜਿਹੜੇ ਸਾਡੇ ਆਪਣਾ ਬਿੰਦਰ ਐਗਜ਼ਾਮਪਲ ਦਿੱਤੀ ਆ ਕਿ ਉਹਨਾਂ ਨੇ ਕਰੋੜਾਂ ਰੁਪਏ ਲਾ ਕੇ ਇੱਕ ਆਪਣੀ ਸ਼ੂਟਿੰਗ ਰੇਂਜ ਤਿਆਰ ਕੀਤੀ ਸੀਗੀ। ਸੋ ਮੈਨੂੰ ਨਹੀਂ ਲੱਗਦਾ ਕਿ ਉਹ ਉਹਨਾਂ ਨੂੰ ਪਰਸਨਲੀ ਕਰਨੀ ਪਵੇ, ਸਰਕਾਰ ਇਨਫਰਾਸਟ੍ਰਕਚਰ ਕ੍ਰੀਏਟ ਕਰ ਸਕਦੀ ਆ। ਇਨ ਇਫੈਕਟ ਇਹ ਖਰਚਾ ਨਹੀਂ ਆ, ਇਹ ਇਨਵੈਸਟਮੈਂਟ ਆ। ਜੇ ਆਪਾਂ ਉਹ ਇਨਵੈਸਟਮੈਂਟ ਇੱਕ ਵਾਰ ਕਰ ਦੇਣਗੇ ਤੇ ਉਹ ਤਾਂ ਸਾਲ ਦਰ ਸਾਲ ਉਹ ਉਹਨਾਂ ਬੱਚਿਆਂ ਦੇ ਵਾਸਤੇ ਉਹ ਇੱਕ ਇਨਫਰਾ ਕ੍ਰੀਏਟ ਹੋ ਜਾਏਗਾ, ਜਿੱਥੇ ਕਿ ਬੱਚੇ ਅੱਜ ਅਸੀਂ ਇਹ ਤਾਂ ਮੈਂ ਹੋਰ ਇੱਕ ਗੱਲ ਸ਼ੇਅਰ ਕਰਦਾ, ਅਸੀਂ ਅੱਜ ਬਾਰ-ਬਾਰ ਗੱਲ ਕਰਦੇ, ਨਸ਼ਿਆਂ ਦੀ ਗੱਲ ਕਰਦੇ ਹਾਂ, ਨਸ਼ਿਆਂ ਦੀ ਰੋਕਥਾਮ ਦੀ ਗੱਲ ਕਰਦੇ ਹਾਂ, ਡਰੱਗ ਮਾਫੀਆ ਦੀ ਗੱਲ ਕਰਦੇ ਹਾਂ। ਬੱਚੇ ਜਾ ਕਿਉਂ ਰਹੇ ਨੇ? ਕਿਉਂਕਿ ਬੱਚਿਆਂ ਦੇ ਕੋਲ ਅੱਜ ਦੀ ਡੇਟ ਦੇ ਵਿੱਚ ਪਲੇਗਰਾਊਂਡਸ ਹੀ ਨਹੀਂ ਪ੍ਰੋਪਰ ਹੈਗੀਆਂ। ਇੱਕ ਦੋ ਬੱਚੇ ਨੇ, ਮਾਂ ਪਿਓ ਕਿਤੇ ਬਾਹਰ ਘੱਲਣਾ ਨਹੀਂ ਚਾਹੁੰਦੇ, ਡਰਦੇ ਨੇ, ਕਿਉਂਕਿ ਕਿਤੇ ਬਾਹਰ ਘੱਲਣਗੇ ਕਿਸੇ ਦੇ ਕਾਂਟੈਕਟ 'ਚ ਆ ਜਾਣਗੇ। ਜੇਕਰ ਪ੍ਰੋਪਰ ਗੇਮਸ ਹੋਣ, ਪ੍ਰੋਪਰ ਕੋਚਿੰਗਸ ਆਵੇ, ਠੀਕ ਹੈ, ਤਾਂ ਉਹ ਬੱਚੇ ਜਿਹਨੂੰ ਸਪੋਰਟਸ ਵਾਲੇ ਪਾਸੇ ਇੱਕ ਉਹਨਾਂ ਦਾ ਰੁਝਾਨ ਵੱਧ ਜਾਏਗਾ। ਉਹਨਾਂ ਦਾ ਟਾਈਮ, ਜਿਵੇਂ ਕਿ ਅਰਮਾਨ ਨੇ ਹੁਣੇ ਦੱਸਿਆ ਕਿ ਰੂਟੀਨ ਬਣਾਉਣ ਦੀ ਜ਼ਰੂਰਤ ਆ, ਠੀਕ ਹੈ, ਰੂਟੀਨ ਅਸੀਂ ਤਾਂ ਬਣਾਈ ਨਹੀਂ ਇਹਨਾਂ ਬੱਚਿਆਂ ਦੀ, ਇਹਨਾਂ ਬੱਚਿਆਂ ਨੇ ਰੂਟੀਨ ਆਪਣੀ ਖੁਦ ਬਣਾ ਲਈ ਕਿ ਸਕੂਲ ਜਾਣਾ, ਸਕੂਲ ਤੋਂ ਆ ਕੇ ਖਾਣਾ ਖਾਣਾ, ਖਾਣਾ ਖਾ ਕੇ ਆਪਣਾ ਪੜ੍ਹਾਈ ਕਰਨੀ ਆ, ਉਸ ਤੋਂ ਬਾਅਦ ਅਸੀਂ ਕੋਚਿੰਗ 'ਤੇ ਜਾਣਾ ਹੈ, ਆ ਕੇ ਕੋਈ TV ਦੇਖਣਾ। ਇਟਸ ਅ ਬੈਲੈਂਸ ਲਾਈਫ। ਉਹ ਬੱਚੇ ਵੀ ਕਰ ਸਕਦੇ ਨੇ, ਤੇ ਉਹ ਡਰੱਗਸ ਵਾਲਾ ਕੰਮ ਵੀ ਆਪੇ ਖਤਮ ਹੋ ਜਾਏਗਾ। ਜਿਹੜਾ ਬੱਚੇ, ਉਹਨਾਂ ਦਾ ਇੱਕ ਜਿਹੜਾ ਇੱਕ ਰੁਝਾਨ ਆ ਸਪੋਰਟਸ ਵਾਲੇ ਬੰਨੇ ਆ ਜਾਏਗਾ। ਬਟ ਜਿਹੜੇ ਮੁਸ਼ਕਿਲਾਂ ਸਰਕਾਰ ਦੀਆਂ ਹੈਗੀਆਂ ਨੇ ਉਹ ਇਹ ਨੇ, ਬਜਟਸ ਦੀ ਮੁਸ਼ਕਿਲ ਨਹੀਂ ਹੈਗੀ, ਮੁਸ਼ਕਿਲ ਹੈਗੀ ਆ ਉਸ ਬਜਟ ਨੂੰ ਜ਼ਮੀਨ ਤੱਕ, ਲੋੜਵੰਦ ਬੰਦਿਆਂ ਤੱਕ ਪਹੁੰਚਾਉਣ ਦੀ। ਜੇ ਉਹਨਾਂ ਤੱਕ ਪਹੁੰਚ ਜਾਏਗਾ ਤੇ ਇੱਕ ਅਰਮਾਨ ਨਹੀਂ, ਬਹੁਤ ਸਾਰੇ ਅਰਮਾਨ ਨੇ ਜਿਹੜੇ ਕਿ ਡੋਮੈਸਟਿਕ ਇੰਟਰਨੈਸ਼ਨਲ ਲੈਵਲ ਦੇ ਹਿੰਦੁਸਤਾਨ ਦਾ ਨਾਂ ਉੱਚਾ ਕਰ ਸਕਦੇ, ਝੰਡਾ ਚੁੱਕ ਸਕਦੇ ਨੇ। ਸੋ ਭਗਵੰਤ ਮਾਨ ਸਾਹਿਬ ਵੱਲੋਂ ਸੱਤਾ 'ਚ ਆਉਣ ਤੋਂ ਪਹਿਲੇ ਕਿਹਾ ਗਿਆ ਸੀ, ਹੁਣ ਵੀ ਕਿਹਾ ਜਾਂਦਾ, ਕਿ ਰੰਗਲਾ ਪੰਜਾਬ ਜਿਹੜਾ ਉਹਨਾਂ ਵੱਲੋਂ ਬਣਾਇਆ ਜਾਣਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦਾ ਵੀ ਇੱਕ ਡ੍ਰੀਮ ਪ੍ਰੋਜੈਕਟ ਸੀਗਾ, ਰਣਜੀਤ ਐਵਨਿਊ, ਜਿੱਥੇ ਉਹਨਾਂ ਨੇ ਇੱਕ ਗਰਾਊਂਡ ਤਿਆਰ ਕਰਨੀ ਸੀ, ਉਹ ਵੀ ਗਰਾਊਂਡ ਨਹੀਂ ਤਿਆਰ ਹੋਈ। ਉਸ ਤੋਂ ਬਾਅਦ ਅੱਜ ਸਾਲ ਤੋਂ ਉੱਤੇ ਹੋ ਗਿਆ ਸਰਕਾਰ ਨੂੰ, ਸਪੋਰਟਸ ਵਿੱਚ ਕੋਈ ਬਹੁਤ ਵੱਡੇ ਫੇਰ ਬਦਲ ਹੁੰਦੇ ਨਜ਼ਰ ਨਹੀਂ ਆਏ, ਕਿ ਜਿਹਦੇ ਵਿੱਚ ਕੋਈ ਬੱਚਿਆਂ ਨੂੰ ਕੋਈ ਸਪੈਸ਼ਲ ਚੀਜ਼, ਹਾਂ ਜਿਹੜੇ ਬੱਚਿਆਂ ਨੇ ਐਜੂਕੇਸ਼ਨ ਦੇ ਵਿੱਚ ਮੱਲਾਂ ਮਾਰੀਆਂ ਨੇ ਉਹਨਾਂ ਵਾਸਤੇ ਰਿਵਾਰਡ ਨੇ, ਲੇਕਿਨ ਮੈਂ ਸਮਝਦਾ ਅੱਜ ਲੋੜ ਹੈ ਐਜੂਕੇਸ਼ਨ ਤੋਂ ਵੱਧ ਸਪੋਰਟਸ ਦੇ ਵਿੱਚ ਜਿਹੜਾ ਉਹ ਕੰਮ ਕਰਨ ਦੀ, ਜਿੱਥੇ ਕਿ ਗਰਾਊਂਡਸ ਹੀ ਹੈ ਨਹੀਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ। ਈਵਨ ਕਿ ਬੱਚੇ ਨੇ ਵੈਸੇ ਹੀ ਦੌੜ ਹੀ ਲਾਣੀ ਹੋਵੇ ਤਾਂ ਉਹਦੇ ਵਾਸਤੇ ਵੀ ਗਰਾਊਂਡ ਹੈ ਨਹੀਂ ਉਹਦੇ ਕੋਲ। ਤੇ ਇਸ ਚੀਜ਼ ਨੂੰ ਲੈ ਕੇ ਤੁਸੀਂ ਐਡਵਾਈਜ਼ਰੀ ਮੈਂਬਰ ਹੋ, ਤੁਹਾਡੇ ਮਤਲਬ ਸਰਕਾਰ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ, ਤੇ ਐਡਵਾਈਜ਼ਰੀ ਬੋਰਡ ਦੇ ਮੈਂਬਰ ਦੀ ਇੱਕ ਕੀ ਰੋਲ ਸਮਝਦੇ ਹੋ ਤੁਸੀਂ, ਤੇ ਕੀ ਸਿਚੁਏਸ਼ਨ ਹੈ ਇਸ ਲਈ ਸਰਕਾਰ ਦੀ? ਦੇਖੋ ਜੀ, ਐਡਵਾਈਜ਼ਰੀ ਬੋਰਡ ਤੇ ਆਪਣੇ ਆਪ ਦੇ ਇੱਕ ਸੈਲਫ ਐਕਸਪਲੇਟਰੀ ਵਰਡ ਹੈਗਾ ਵੀ ਜਿਹਨੇ ਇੱਕ ਸਲਾਹਕਾਰ ਬੋਰਡ, ਜਿਹਨੇ ਸਲਾਹ ਦੇਣੀ ਹੈ। ਇਹ ਜਿਹੜਾ ਸਲਾਹਕਾਰ ਬੋਰਡ ਬਣਿਆ, ਇਹ ਐਜ਼ ਪਰ RPT 2016 ਰਾਈਟ ਟੂ ਪਰਸਨ ਵਿਦ ਡਿਸੇਬਿਲਿਟੀ ਐਕਟ 2016 ਦੇ ਅੰਤਰਗਤ ਬਣਿਆ ਹੈ। ਐਂਡ ਇਸੇ ਕਰਕੇ ਬਣਾਇਆ ਸੀਗਾ ਕਿ ਮੈਂ ਇੱਕ ਛੋਟੀ ਜਿਹੀ ਵਰਡ ਯੂਜ਼ ਕਰਦਾ ਵਾਂ ਕਿ ਨਥਿੰਗ ਅਬਾਊਟ ਅਸ ਵਿਦਾਊਟ ਅਸ। ਮਤਲਬ ਵੀ ਸਾਡੇ ਬਾਰੇ ਜੇ ਕੋਈ ਚੀਜ਼ ਬਣਾਈ ਜਾਵੇ, ਸਾਡੇ ਨੂੰ ਵਿੱਚ ਸ਼ਮੂਲੀਅਤ ਕਰਕੇ ਬਣਾਈ ਜਾਵੇ। ਜੇ ਕਿ ਉਸ ਤੋਂ ਬਗੈਰ ਬਣਾਵਾਂਗੇ ਤਾਂ ਉਹ ਸਾਡੇ ਵਾਸਤੇ ਨਹੀਂ ਬਣੇਗੀ, ਕਿਸੇ ਹੋਰ ਵਾਸਤੇ ਬਣੇਗੀ। ਪਰ ਜੋ ਚੀਜ਼ ਮੈਂ ਪਿਛਲੀ ਸਰਕਾਰ ਦੇ ਵਿੱਚ ਦੇਖੀ ਸੀਗੀ, ਇਸ ਸਰਕਾਰ ਨੇ ਹੁਣ ਤੱਕ ਸਾਲ ਹੋ ਚੁੱਕਾ, ਅਜੇ ਤੱਕ ਸਾਡੀ ਇੱਕ ਵੀ ਮੀਟਿੰਗ ਕੰਡਕਟ ਨਹੀਂ ਕੀਤੀ, ਜਿਹੜੇ ਕਿ ਬਹੁਤ ਨਿਰਾਸ਼ਾਜਨਕ ਆ। ਉਹਨਾਂ ਦਾ ਧਿਆਨ ਹੀ ਨਹੀਂ ਹੈਗਾ ਇਸ ਚੀਜ਼ ਦੇ ਉੱਤੇ। ਪਰ ਜੇਕਰ ਮੈਂ ਪਿਛਲੀ ਸਰਕਾਰ ਦੀ ਵੀ ਗੱਲ ਕਰਾਂ, ਉਹਨਾਂ ਦਾ ਵੀ ਜਿਹੜਾ ਕੋਈ ਸੀਗਾ ਰੁਝਾਨ ਕੋਈ ਬਹੁਤ ਪੋਜ਼ੀਟਿਵ ਨਹੀਂ ਸੀਗਾ। ਕਿ ਜਦੋਂ ਅਸੀਂ ਇੱਕ ਹੀ ਮੀਟਿੰਗ ਹੋਈ ਸੀ, ਜਦ ਕਿ ਐਜ਼ ਪਰ RPT ਉਹਦੇ ਵਿੱਚ ਇਹ ਵੀ ਪ੍ਰਾਵਧਾਨ ਹੈਗਾ ਕਿ ਸਾਡੀ ਘੱਟੋ ਘੱਟ 6 ਮਹੀਨੇ ਇੱਕ ਮੀਟਿੰਗ ਹੋਣੀ ਮੈਂਡੇਟਰੀ ਹੈ, ਤੇ ਉਸ ਤੋਂ ਵੱਧ ਵੀ ਹੋ ਸਕਦੇ ਨੇ। ਬਟ ਉਹ 6 ਮਹੀਨੇ ਇੱਕ ਦੇ ਕੀ, ਉਹ ਮਤਲਬ 3 ਸਾਲ 'ਚ ਇੱਕ ਮੀਟਿੰਗ ਹੋਈ ਸੀਗੀ। ਐਂਡ ਉਸ ਮੀਟਿੰਗ ਦੇ ਵਿੱਚ ਵੀ ਜੋ ਮੈਂ ਮਿਨਿਸਟਰ ਸਾਹਿਬ ਦਾ ਰਵੱਈਆ ਦੇਖਿਆ ਸੀ, ਉਹ ਇੰਨਾ ਕੁ ਰਵੱਈਆ ਸੀਗਾ ਕਿ ਸਾਨੂੰ ਇੱਕ ਸਪੈਕਟੇਟਰਸ ਦੀ ਤਰ੍ਹਾਂ ਉੱਥੇ ਰੱਖਿਆ ਗਿਆ ਸੀਗਾ। ਇਨਫੈਕਟ ਮੈਂ ਆਪਣੇ ਵੱਲੋਂ ਇੱਕ ਰਿਟਨ ਐਡਵਾਈਜ਼ਰੀ ਬਣਾ ਕੇ ਉਹਨਾਂ ਨੂੰ ਸ਼ੇਅਰ ਕੀਤੀ ਸੀਗੀ ਕਿ ਜਿਵੇਂ ਕਿ ਤੁਹਾਨੂੰ ਹੁਣੇ ਮੈਂ ਕਹਿ ਰਿਹਾ ਕਿ ਸਰਕਾਰ ਕੋਲ ਬਜਟ ਦੀ ਕਮੀ ਨਹੀਂ ਹੈਗੀ, ਜ਼ਰੂਰਤ ਹੈਗੀ ਆ ਕਿ ਬਜਟ ਨੂੰ ਜ਼ਮੀਨ 'ਤੇ ਪਹੁੰਚਾਉਣ ਦੀ। ਉਸੇ ਤਰੀਕੇ ਦੇ ਨਾਲ ਜਿਵੇਂ ਸਾਡਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦੀ ਮੈਂ ਗੱਲ ਕੀਤੀ, ਤੇ ਅੰਤਰਗਤ ਸਾਡਾ ਡਿਸੇਬਿਲਿਟੀ ਮਹਿਕਮਾ ਵੀ ਆਉਂਦਾ ਵਾ, ਉਹਦੇ ਵਿੱਚ ਜ਼ਰੂਰਤ ਹੈਗੀ ਆ ਵਰਕਫੋਰਸ। ਉਹਨਾਂ ਕੋਲ ਵਰਕਫੋਰਸ ਹੀ ਨਹੀਂ ਹੈਗੀ। ਉਹਨਾਂ ਕੋਲ ਵਰਕਫੋਰਸ ਨਾ ਹੋਣ ਦੇ ਕਰਕੇ ਉਹ ਆਪਣਾ ਕੰਮ ਪੂਰਾ ਨਹੀਂ ਕਰ ਪਾਉਂਦੇ।
ਤਾਂ ਮੈਂ ਇੱਕ ਪ੍ਰਪੋਜ਼ਲ ਸ਼ੇਅਰ ਕੀਤੀ ਸੀ ਕਿ ਵੀ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਅਸੀਂ ਵਲੰਟੀਅਰਸ ਦੀ ਇਨਵੋਲਵਮੈਂਟ ਕਰ ਸਕਦੇ ਹਾਂ, ਤੇ ਉਹਦੇ ਨਾਲ ਕੀ ਇਹਨਾਂ ਦਾ ਵਰਕਲੋਡ ਵੀ ਘਟੇਗਾ ਐਂਡ ਜਿਹੜਾ ਕਿ ਸਰਕਾਰ ਦੇ ਬਜਟ ਨੇ ਸਹੀ ਲੋਕਾਂ ਤੱਕ ਪਹੁੰਚਣਗੇ। ਪਰ ਮੈਨੂੰ ਨਹੀਂ ਲੱਗਦਾ ਕਿ ਮੇਰੀ ਉਹ ਸੁਝਾਅ ਉਹਨਾਂ ਨੇ ਕਿਤੇ ਪੜ੍ਹੇ ਵੀ ਹੋਣਗੇ। ਜੇ ਪੜ੍ਹੇ ਹੁੰਦੇ ਤਾਂ ਮੈਨੂੰ ਕਾਲ ਤਾਂ ਜ਼ਰੂਰ ਆਉਂਦੀ। ਤੇ ਇਸ ਕਰਕੇ ਉਹ ਸਰਕਾਰ ਦੇ ਰਵੱਈਏ ਤੋਂ ਅਸੀਂ ਬਹੁਤ ਜ਼ਿਆਦਾ ਸੰਤੁਸ਼ਟ ਨਹੀਂ ਹੈਗੇ। ਮਾਲੀ ਸਾਹਿਬ ਦੀ ਇੱਕ ਮਲਵਿੰਦਰ ਸਿੰਘ ਮਾਲੀ ਸ਼ਾਇਦ ਨਾਮ ਹੈ ਉਹਨਾਂ ਦਾ, ਜਿਨ੍ਹਾਂ ਨੂੰ ਐਡਵਾਈਜ਼ਰੀ ਬੋਰਡ 'ਚ ਰੱਖਿਆ ਗਿਆ ਸੀ ਸਿੱਧੂ ਸਾਹਿਬ ਵੱਲੋਂ। ਤੇ ਉਹਨਾਂ ਦੀ ਇੱਕ ਮੈਂ ਸਪੀਚ ਸੁਣੀ ਸੀ, ਉਹਨਾਂ ਨੇ ਕਿਹਾ ਸੀ ਕਿ ਮੇਰੇ ਕੋਲੋਂ ਉਹਨਾਂ ਨੇ ਇੱਕ ਖਰੜਾ ਤਿਆਰ ਕਰਾਇਆ ਤੇ ਮੈਂ ਪ੍ਰੈਜੈਂਟੇਸ਼ਨ ਵਾਸਤੇ, ਤੇ ਜਦੋਂ ਪ੍ਰੈਜੈਂਟੇਸ਼ਨ ਹੋਈ ਤੇ ਉਹ ਖਰੜਾ ਕੁਝ ਹੋਰ ਹੀ ਬੋਲਿਆ ਗਿਆ। ਤੇ ਮੈਂ ਉਹਨਾਂ ਨੂੰ ਪੁੱਛਿਆ ਬੋਲਿਆ ਗਿਆ ਨਹੀਂ, ਤੇ ਉਹਨਾਂ ਨੇ ਕਿਹਾ ਜੀ ਇਹ ਸਿਰਫ ਤੁਹਾਨੂੰ ਕਰਵਾਉਣਾ ਹੀ ਸੀਗਾ, ਕੁਝ ਚੀਜ਼ਾਂ ਦਿਖਾਉਣ ਵਾਸਤੇ ਹੁੰਦੀਆਂ, ਕਰਨ ਵਾਸਤੇ ਨਹੀਂ। ਸੋ ਉਹੋ ਜਿਹਾ ਹੀ ਤੁਸੀਂ ਮੈਨੂੰ ਜਾਪਦਾ ਕੁਝ ਜਿਹੜੀ ਐਡਵਾਈਜ਼ਰੀ ਬੋਰਡ ਦੇ ਮੈਂਬਰ ਵਾਲੀ ਜਿਹੜੀ ਗੱਲ ਸੁਣਾਈ ਹੈ। ਲੇਕਿਨ ਇਹ ਗੱਲ ਦੀ ਹੁਣ ਸ਼ਿਕਾਇਤ ਕਿੱਥੇ ਕਰੋਗੇ ਜੇ ਹੋਈ ਨਹੀਂ, ਤੇ ਉਹਨੂੰ ਕਹਾਂਗੇ ਕਿੱਥੇ ਆਪਾਂ ਕਿ ਵੀ ਹੋਈ ਨਹੀਂ, ਤੇ ਜਿਹਦੇ ਨਾਲ ਕਿ ਉਹ ਅੱਗੇ ਆ ਕੇ ਉਸ ਚੀਜ਼ ਨੂੰ ਹੋ ਸਕੇ, ਉਸ ਚੀਜ਼ ਨੂੰ ਪੋਸੀਬਲ ਹੋ ਸਕੇ, ਮੀਟਿੰਗਸ ਹੋ ਸਕਣ। ਦੇਖੋ ਜੀ, ਸਭ ਤੋਂ ਵੱਡੀ ਗੱਲ ਤੇ ਕੀ ਆਉਂਦੀ ਹੈ ਵੀ ਜਿਸ ਤਰ੍ਹਾਂ ਮੈਂ ਹੁਣੇ ਗੱਲ ਕਿ ਨਥਿੰਗ ਅਬਾਊਟ ਅਸ ਵਿਦਆਊਟ ਅਸ। ਜੇਕਰ ਸਾਡੀ ਸਰਕਾਰ ਕੋਈ ਮਿਨਿਸਟਰ ਬਣਾਉਣਾ ਚਾਹੁੰਦੀ ਆ, ਠੀਕ ਹੈ, ਤੇ ਐਟਲੀਸਟ ਉਸ ਮਿਨਿਸਟਰ ਨੂੰ ਉਸ ਡਿਪਾਰਟਮੈਂਟ ਦੀ ਨੌਲੇਜ ਤੇ ਹੋਵੇ। ਠੀਕ ਹੈ, ਜੇ ਕੋਈ ਸਪੋਰਟਸ ਡਿਪਾਰਟਮੈਂਟ ਦਾ ਮਿਨਿਸਟਰ ਬਣਨ ਜਾ ਰਿਹਾ ਤਾਂ ਕੋਈ ਸਪੋਰਟਸ ਪਰਸਨ ਹੀ ਬਣਨਾ ਚਾਹੀਦਾ ਆ। ਜੇ ਕੋਈ ਡਿਸੇਬਿਲਿਟੀ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਦਾ ਕੋਈ ਬੰਦਾ ਹੈਗਾ ਵਾ ਤੇ ਉਹਨਾਂ ਨੂੰ ਜਦ ਤੱਕ ਉਸ ਮਹਿਕਮੇ ਬਾਰੇ ਜਾਣਕਾਰੀ ਨਹੀਂ ਆ, ਜੇ ਜਾਣਕਾਰੀ ਨਹੀਂ ਹੈਗੀ ਤੇ ਸਰਕਾਰ ਨੂੰ ਇੱਕ ਕਪੈਸਿਟੀ ਬਿਲਡਿੰਗ ਦੇ ਉੱਪਰ ਵਰਕਆਊਟ ਕਰਨਾ ਚਾਹੀਦਾ, ਤਾਂ ਕਿ ਐਟਲੀਸਟ ਉਹਨਾਂ ਨੂੰ ਜਿਹੜੇ ਸਾਡੇ ਕੰਸਰਨਡ ਲਾਜ਼ ਨੇ ਉਹਦੇ ਬਾਰੇ ਜਾਣਕਾਰੀ ਤਾਂ ਹੋਵੇ ਐਂਡ ਉਹਦੇ ਨਾਲ ਰਿਲੇਟਡ ਉਹ ਮਤਲਬ ਆਪਣੇ ਬਿਊਰੋਕਰੇਟਸ ਨੂੰ ਜਾਂ ਆਪਣੇ ਸਬਆਰਡੀਨੇਟਸ ਨੂੰ ਰਿਪੋਰਟ 'ਤੇ ਲੈ ਸਕਣ, ਉਹਨਾਂ ਦੇ ਕੋਲ ਅਕਾਊਂਟੇਬਿਲਿਟੀ ਫਿਕਸ ਕਰ ਸਕਣ ਐਂਡ ਉਸ ਚੀਜ਼ ਦੀ ਜਿਹੜੀ ਪ੍ਰੋਪਰ ਜਿਹੜੀ ਰਿਪੋਰਟਿੰਗ ਹੈ ਜਾਂ ਉਹਦੇ ਬਾਰੇ ਜੋ ਉਹਨਾਂ ਨੇ ਕੋਈ ਚੀਜ਼ਾਂ ਕਰਵਾਉਣੀਆਂ ਨੇ ਉਹਨਾਂ ਦਾ ਉੱਪਰ ਸੀਐਮ ਸਾਹਿਬ ਨੇ, ਤੇ ਸੀਐਮ ਸਾਹਿਬ ਨੂੰ ਦੱਸ ਦੇ ਸਕਣ। ਉਹਨਾਂ ਨੂੰ ਹੀ ਨਹੀਂ ਪਤਾ, ਉਹ ਮਾਧਿਅਮ ਨੇ, ਉਹਨਾਂ ਕੋਲ ਫੁੱਲ ਪਾਵਰ ਹੁੰਦੀ ਆ ਉਹ ਕੰਮ ਕਰਵਾਉਣ ਦੀ, ਪਰ ਫਰਕ ਕਿੱਥੇ ਪੈ ਜਾਂਦਾ ਕਿ ਉਹਨਾਂ ਨੂੰ ਉਹਦੀ ਜਾਣਕਾਰੀ ਨਹੀਂ ਹੈਗੀ। ਜਾਣਕਾਰੀ ਨਾ ਹੋਣ ਦੇ ਕਰਕੇ ਉਹ ਆਪਣੀ ਜਾਣਕਾਰੀ ਨੂੰ ਲੁਕਾਉਣ ਦੀ, ਆਪਣੀ ਕਮੀ ਨੂੰ ਲੁਕਾਉਂਦੇ ਨੇ ਐਂਡ ਉਹ ਥੋੜ੍ਹੀਆਂ ਉੱਪਰ ਥੱਲੇ ਦੀਆਂ ਮਾਰ ਦਿੰਦੇ ਨੇ ਐਂਡ ਉਹਦੇ ਕਰਕੇ ਉਹ ਜਿਹੜੀ ਚੀਜ਼ ਹੁੰਦੀ ਉਹ ਮਹਿਕਮਾ ਜਿਹਨਾਂ ਦੇ ਵਾਸਤੇ ਬਣਾਇਆ ਗਿਆ ਹੁੰਦਾ ਵਾ ਉਹਨਾਂ ਤੱਕ ਉਹ ਜ਼ਮੀਨ ਤੱਕ ਉਹਦੀ ਜਿਹੜੀ ਸਹੂਲਤਾਂ ਨੇ ਪਹੁੰਚ ਨਹੀਂ ਪਾਉਂਦੀਆਂ। ਸੋ ਫਰਕ ਸਿਰਫ ਇੰਨਾ ਕੀ ਹੈਗਾ ਕਿ ਜਿਹੜਾ ਵੀ ਕੰਸਰਨ ਮਿਨਿਸਟਰ ਹੈਗਾ ਵਾ ਐਟਲੀਸਟ ਉਹ ਉਸ ਡਿਪਾਰਟਮੈਂਟ ਦੀ ਜਾਣਕਾਰੀ ਰੱਖਦਾ ਹੋਵੇ। ਜੇ ਨਹੀਂ ਵੀ ਜਾਣਕਾਰੀ ਰੱਖਦਾ ਤਾਂ ਐਟਲੀਸਟ ਉਹਦੀ ਕੈਪੈਸਿਟੀ ਬਿਲਡਿੰਗ ਉਸ ਡਿਪਾਰਟਮੈਂਟ ਦੇ ਪ੍ਰਤੀ ਹੋਣੀ ਜ਼ਰੂਰ ਚਾਹੀਦੀ ਆ, ਤਾਂ ਕਿ ਕੰਸਰਨਡ ਲਾਜ਼ ਦੇ ਬਾਰੇ ਸਮਝ ਸਕੇ ਤੇ ਉਹ ਆਪਣੇ ਕੰਮ ਕਰਵਾ ਸਕੇ। ਹੁਣ ਦੁਬਾਰਾ ਆਨੇ ਜੀ ਇੱਥੇ ਰੈਪ ਅਪ ਕਰਕੇ ਕਿ ਜਦੋਂ ਅਰਮਾਨ ਜਿੱਤਿਆ, ਤੁਸੀਂ ਉਹਦੇ ਨਾਲ ਹੀ ਹੋਵੋਗੇ ਮੈਨੂੰ ਲੱਗਦਾ ਉੱਥੇ, ਤੇ ਜਦੋਂ ਇਹ ਜਿੱਤਿਆ ਸੀਗਾ ਕਿਹੋ ਜਿਹਾ ਮੂਵਮੈਂਟ ਸੀਗਾ, ਤੇ ਫਿਰ ਮਤਲਬ ਉਸ ਤੋਂ ਬਾਅਦ ਇਹਨੇ ਆ ਕੇ ਤੁਹਾਨੂੰ ਹੱਗ ਕੀਤਾ ਜਾਂ ਤੁਸੀਂ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਤੁਹਾਡਾ ਰਿਐਕਸ਼ਨ ਸੀਗਾ? ਵੇਖੋ ਜੀ, ਉਹ ਇੱਕ ਮੈਂ ਵੀ ਇੱਕ ਨੋਰਮਲ ਇਨਸਾਨ ਹਾਂ, ਇੱਕ ਨੋਰਮਲ ਪਿਤਾ ਹਾਂ, ਠੀਕ ਹੈ। ਉਹ ਬੜਾ ਇੱਕ ਇਮੋਸ਼ਨਲ ਮੂਮੈਂਟ ਸੀਗੀ ਉਸ ਵੇਲੇ, ਠੀਕ ਹੈ, ਕਿ ਮੈਂ ਵੀ ਥੋੜ੍ਹਾ ਇਮੋਸ਼ਨਲ ਹੀ ਹੋ ਗਿਆ ਸੀਗਾ। ਮੈਂ ਉਸ ਸਭ ਤੋਂ ਪਹਿਲਾਂ ਆਪਣੇ ਪਿੱਛੇ ਪਰਿਵਾਰ ਨੂੰ ਫੋਨ ਕੀਤਾ, ਆਪਣੇ ਭਰਾ ਨੂੰ ਫੋਨ ਕੀਤਾ, ਛੋਟਿਆਂ ਨੂੰ। ਇੱਥੇ ਇਹਦੇ ਮੇਰੇ ਮੰਮੀ ਪਾਪਾ ਤਾਂ ਨਹੀਂ ਹੈਗੇ, ਇਹਦੇ ਵੱਡੇ ਭੂਆ ਜੀ ਨੂੰ ਫੋਨ ਕੀਤਾ, ਦੱਸਿਆ। ਕੋਈ ਬਹੁਤ ਖੁਸ਼ੀ ਦਾ ਮੌਕਾ ਸੀਗਾ, ਠੀਕ ਹੈ, ਬੜਾ ਇਮੋਸ਼ਨਲ ਮੌਕਾ ਸੀਗਾ ਕਿ ਚਲੋ ਛੋਟੀ ਉਮਰ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ 'ਤੇ ਆਪਣੇ ਦੇਸ਼ ਦਾ ਨਾਂ ਉੱਚਾ ਕਰਨਾ ਇੱਕ ਬੜੀ ਵੱਡੀ ਗੱਲ ਹੈ, ਬੜੇ ਮਾਣ ਦੀ ਗੱਲ ਹੈ। ਜਦੋਂ ਬੱਚਾ ਕੋਈ ਅਚੀਵਮੈਂਟ ਕਰਦਾ ਆ ਤੇ ਮਾਂ ਪਿਓ ਨੂੰ ਤੇ ਪਰਿਵਾਰ ਨੂੰ ਮਾਣ ਤੇ ਜ਼ਰੂਰ ਮਹਿਸੂਸ ਹੁੰਦਾ ਹੀ ਹੈ। ਕਿੰਨੀਆਂ ਕੁ ਕੰਟਰੀਜ਼ ਵਿੱਚ ਸ਼ਾਮਿਲ ਸੀਗੀਆਂ ਤੇ ਹੁਣ ਅੱਗੇ ਕੀ ਪਲਾਨਸ ਜੇ ਤੁਸੀਂ ਇਹਦੇ ਵਾਸਤੇ ਸੋਚੇ ਨੇ ਆਪਣੇ ਬੇਟੇ ਵਾਸਤੇ? ਦੇਖੋ ਜੀ, ਇਸ ਕੰਪੀਟੀਸ਼ਨ ਦੇ ਵਿੱਚ ਕੋਈ 10 ਤੋਂ 12 ਕੰਟਰੀ ਸੀਗੀਆਂ। ਐਗਜ਼ੈਕਟਲੀ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ, ਬਟ ਐਜ਼ ਪਰ ਜਿਹੜੇ ਕਿ ਮੈਂ ਉੱਥੋਂ ਦੇ ਬੱਚੇ ਦੇਖੇ ਸੀਗੇ, ਡਿਫਰੈਂਟ ਉਹਨਾਂ ਦੀ ਜਿਹੜੀਆਂ ਪਿੱਛੋਂ ਓਰੀਜਨ ਸੀਗੇ, ਕਾਫੀ ਕੰਟਰੀ ਸੀ। ਯੂਰਪੀਅਨ ਬੱਚੇ ਸੀਗੇ, ਅਰਬ ਕੰਟਰੀਜ਼ ਤੋਂ ਬੱਚੇ ਸੀਗੇ, ਸ਼੍ਰੀਲੰਕਾ, ਬੰਗਲਾਦੇਸ਼, ਆਪਣਾ ਨੇਪਾਲ, ਇੰਡੀਆ ਤੋਂ ਕਾਫੀ ਬੱਚੇ ਸੀਗੇ ਉੱਥੇ। ਸੋ ਇਟ ਵਾਜ਼ ਅ ਗੁੱਡ ਪਲੇਟਫਾਰਮ ਫॉर ਦਾ ਕਿਡਸ ਕਿ ਉਹਨਾਂ ਨੂੰ ਪਤਾ ਲੱਗਾ। ਐਂਡ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਜਿਹੜੇ ਇਹਨਾਂ ਦੇ ਕੋਚ ਨੇ ਪਵਨ ਜੀ, ਮੈਂ ਇੱਕ ਛੋਟਾ ਇਨਸਟਾਂਸ ਸੀ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਦਾ ਕੰਪੀਟੀਸ਼ਨ ਹੋ ਕੇ ਹਟਿਆ ਤੇ ਇਹਨੇ ਇਮੀਡੀਏਟਲੀ ਬਾਹਰ ਆ ਕੇ ਮੈਨੂੰ ਕਿਹਾ ਕਿ ਪਾਪਾ ਮੇਰਾ ਇੱਕ ਪੁਆਇੰਟ ਨਹੀਂ ਸੀ ਬਣਦਾ, ਮੈਨੂੰ ਰੈਫਰੀ ਨੇ ਇਹ ਪੁਆਇੰਟ ਜਿਹੜਾ ਸੀਗਾ ਗਲਤੀ ਨਾਲ ਦੇ ਦਿੱਤਾ। ਸੋ ਮੈਨੂੰ ਉਸ ਚੀਜ਼ ਤੋਂ ਇਹ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋਈ ਕਿ ਬੱਚਾ ਇਸ ਗੱਲ ਨੂੰ ਲੈ ਕੇ ਨਹੀਂ ਚੱਲ ਰਿਹਾ ਕਿ ਮੈਂ ਜਿੱਤਣਾ ਹੀ ਜਿੱਤਣਾ ਆ, ਇੱਕ ਐਥਿਕਸ ਨਾਲ ਵੀ ਚੱਲ ਰਿਹਾ ਸੀਗਾ, ਤਾਂ ਕਿ ਉਹਨੂੰ ਪਤਾ ਸੀਗਾ ਕਿ ਜੇਕਰ ਮੇਰੀ ਕੋਈ ਚੀਜ਼ ਹੱਕ ਬਣਦਾ ਤੇ ਬਣਦਾ, ਜੇ ਨਹੀਂ ਬਣਦਾ ਤਾਂ ਮੈਨੂੰ ਉਹ ਨਹੀਂ ਮਿਲਣਾ ਚਾਹੀਦਾ ਸੀਗਾ। ਸੋ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਤਾਂ ਸਾਡੀ ਤਾਂ ਕੋਸ਼ਿਸ਼ ਹੁੰਦੀ ਹੈ ਬੱਚੇ ਨੂੰ ਸਪੋਰਟ ਕਰਨ ਦੀ, ਠੀਕ ਹੈ। ਵੀ ਇਹਨੇ ਪਹਿਲਾਂ ਲਾਸਟ ਈਅਰ ਇੱਥੇ ਨੈਸ਼ਨਲ ਓਪਨ ਹੋਈ ਸੀਗੀ, ਉਹਦੇ ਵਿੱਚ ਵੀ ਇਹਦਾ ਗੋਲਡ ਮੈਡਲ ਸੀਗਾ, ਠੀਕ ਹੈ। ਉਦੋਂ ਵੀ ਮੇਰੇ ਕੋਲ ਟਾਈਮ ਥੋੜ੍ਹਾ ਘੱਟ ਹੁੰਦਾ, ਕੋਈ ਮੇਰੀਆਂ ਆਪਣੇ ਕੁਝ ਮਜਬੂਰੀਆਂ ਹੁੰਦੀਆਂ ਨੇ ਕਿ ਮੈਨੂੰ ਲੈ ਕੇ ਜਾਣ ਦੇ 'ਚ ਮੁਸ਼ਕਿਲ ਵੀ ਹੁੰਦੀ ਆ, ਪਰ ਉਦੋਂ ਵੀ ਇਹਨੇ ਮੈਨੂੰ ਜਿੱਦ ਕੀਤੀ ਮੈਂ ਜਾਣਾ ਆ, ਅਤੇ ਮੇਰੇ ਕੋਲ ਜਾਇਆ ਨਹੀਂ ਸੀ ਜਾ ਰਿਹਾ, ਅਤੇ ਮੈਂ ਗਿਆ ਅਤੇ ਇਹਦਾ ਗੋਲਡ ਮੈਡਲ ਆਇਆ। ਅਤੇ ਮੈਨੂੰ ਕਿਹਾ ਜੀ ਦੇਖੋ ਪਾਪਾ ਤੁਸੀਂ ਨਾ ਲੈ ਕੇ ਆਉਂਦੇ ਮੇਰਾ ਗੋਲਡ ਮੈਡਲ ਮਿਸ ਹੋ ਜਾਂਦਾ। ਇਸ ਵਾਰ ਤਾਂ ਚਲੋ ਇੰਟਰਨੈਸ਼ਨਲ ਸੀਗਾ, ਅਤੇ ਇੰਟਰਨੈਸ਼ਨਲ ਦੇ ਵਾਸਤੇ ਅਗੇਨ ਮੈਨੂੰ ਇਹਦੇ ਨਾਲ ਜਾਣਾ ਪੈਣਾ। ਆਈ ਐਮ ਔਨ ਵੀਲ ਚੇਅਰ,
ਤੇ ਮੁਸ਼ਕਲਾਂ ਤੇ ਹੁੰਦੀਆਂ ਹੀ ਨੇ, ਬਟ ਮੇਰਾ ਵੀ ਇੱਕ ਬੋਲਡ ਡਿਸੀਜਨ ਸੀਗਾ, ਚਲੋ ਕੋਈ ਨਹੀਂ, ਦੇਖਦੇ ਹਾਂ, ਬੱਚੇ ਨੂੰ ਨਾਲ ਲੈ ਕੇ ਮੈਂ ਜਾਂਦਾ ਆ। ਸੋ ਖਰਚਾ ਵੀ ਕਾਫੀ ਸੀਗਾ ਉੱਥੇ, ਆਮ ਬੱਚਿਆਂ ਵਾਸਤੇ ਮੁਸ਼ਕਿਲ ਵੀ ਬਹੁਤ ਸੀ, ਕਿ ਮੇਰੇ ਲਈ ਵੀ ਮੁਸ਼ਕਿਲ ਸੀ ਕਿ ਬਹੁਤ, ਪਰ ਇਹ ਹੈਗਾ ਕਿ ਇਹ ਸਮਾਂ ਦੱਸੇਗਾ ਇਹ ਬੱਚਾ ਕਿੰਨੀ ਪ੍ਰੈਕਟਿਸ ਅੱਗੇ ਕਰਦਾ, ਕਿੰਨੀ ਮਿਹਨਤ ਅੱਗੇ ਕਰਦਾ ਵਾ, ਇਹਦੀ ਡੈਡੀਕੇਸ਼ਨ ਕਿੰਨੀ ਸਟਰੋਂਗ ਰਹਿੰਦੀ ਆ। ਸਾਡੇ ਵੱਲੋਂ ਤਾਂ ਹਮੇਸ਼ਾ ਸਪੋਰਟ ਰਹੇਗੀ ਇਹਨੂੰ, ਕਿ ਜੋ ਵੀ ਇਹ ਕਰਨਾ ਚਾਹੁੰਦਾ ਆ ਅਸੀਂ ਹਮੇਸ਼ਾ ਇਹ ਨਾਲ ਸਪੋਰਟ ਕਰਾਂਗੇ। ਇੱਕ ਲਾਸਟ ਸਵਾਲ ਹੈ ਜੀ, ਹੁਣ ਇਸ ਵੇਲੇ ਜੋ ਦੇਸ਼ ਦੇ ਜੰਤਰ ਮੰਤਰ ਜਿਹੜਾ ਦਿੱਲੀ ਦਾ, ਉੱਥੇ ਪਹਿਲਵਾਨ ਲੜਕੀਆਂ ਜਿਹੜੀਆਂ ਕਿ ਜਿਨ੍ਹਾਂ ਨੇ ਕਿ ਪੂਰੀ ਦੁਨੀਆ 'ਚ ਨਾਮ ਕੀਤਾ ਇੰਡੀਆ ਦਾ, ਅੱਜ ਉਹ ਇਨਸਾਫ ਵਾਸਤੇ ਲੜ ਰਹੀਆਂ ਨੇ। ਕੀ ਹੈ ਕੀ ਨਹੀਂ ਹੈ, ਕੀ ਸੱਚਾਈ ਹੈ ਕੀ ਨਹੀਂ ਹੈ, ਲੇਕਿਨ ਅੱਜ ਉਹਨਾਂ ਨੂੰ ਨੌਬਤ ਆ ਗਈ ਉੱਥੇ ਬੈਠ ਕੇ ਇਨਸਾਫ ਮੰਗਣ ਦੀ। ਐਡੀ ਵੱਡੀ ਜਿਹੜੀਆਂ ਫਿਗਰਸ ਨੇ ਦੇਸ਼ ਦੀਆਂ, ਇਹ ਕੀ ਮੈਸੇਜ ਜਾ ਰਿਹਾ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਕੋਈ ਬੰਦਾ ਜਦੋਂ ਧਰਨੇ ਤੇ ਬੈਠਦਾ ਜਾਂ ਪ੍ਰੋਟੈਸਟ ਕਰਦਾ ਹੈ, ਇੱਕ ਤੇ ਸਾਡਾ ਰਾਈਟ ਆ ਪ੍ਰੋਟੈਸਟ ਕਰਨਾ, ਪਰ ਪ੍ਰੋਟੈਸਟ ਅਸੀਂ ਉਦੋਂ ਕਰਦੇ ਜਦੋਂ ਕੋਈ ਸਾਡੇ ਨਾਲ ਕੋਈ ਧੱਕਾ ਹੋ ਰਿਹਾ ਹੁੰਦਾ। ਤੇ ਜਦੋਂ ਕੋਈ ਲੜਕੀ ਬਾਹਰ ਨਿਕਲ ਕੇ ਇਸ ਲਈ ਪ੍ਰੋਟੈਸਟ ਕਰਦੀ ਹੈ, ਤੇ ਉਹਦੇ ਵਿੱਚ ਕਦੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹਦੇ ਪਿੱਛੇ ਕੁਝ ਨਾ ਹੋਵੇ। ਸੋ ਮੈਂ ਤੁਹਾਨੂੰ ਇੱਥੇ ਪਹਿਲਾਂ ਤਾਂ ਥੋੜ੍ਹਾ ਜਿਹਾ ਕਰੈਕਟ ਕਰੂੰਗਾ ਕਿ ਤੁਸੀਂ ਇੰਨੀ ਗੱਲ ਨਹੀਂ ਕਹਿ ਸਕਦੇ, ਕੁਛ ਨਾ ਕੁਛ ਤਾਂ ਜ਼ਰੂਰ ਹੋਏਗਾ, ਕਿਉਂਕਿ ਮੈਂ ਖੁਦ ਇਸ ਚੀਜ਼ ਨੂੰ ਮਹਿਸੂਸ ਕਰਦਾ ਹਾਂ ਕਿ ਸਾਡਾ ਜਿੰਨਾ ਵੀ ਸਿਸਟਮ ਹੈਗਾ ਵਾ ਸਪੋਰਟਸ ਦੀ ਕੈਟਾਗਰੀ 'ਚ ਮੈਂ ਲੈ ਕੇ ਚੱਲਾਂ, ਤੇ ਬਹੁਤ ਟਰਾਂਸਪੇਰੈਂਟ ਸਿਸਟਮ ਨਹੀਂ ਹੈਗਾ। ਇਹਦੇ ਵਿੱਚ ਸਾਡੇ ਜਿਹੜੇ ਕੈਪੇਬਲ ਜਿਹੜੇ ਪਲੇਅਰਸ ਹੁੰਦੇ ਨੇ, ਮੈਂ ਵੀ ਸਪੋਰਟਸ ਕਰਦਾ ਹਾਂ, ਨੋ ਡਾਊਟ ਕਿ ਮੈਂ ਮਤਲਬ ਕਿ ਪ੍ਰੋਫੈਸ਼ਨਲੀ ਕੰਪੀਟ ਕਰਨ ਲਈ ਨਹੀਂ ਕਰਦਾ, ਬਟ ਮੈਂ ਮਤਲਬ ਕਿ ਸ਼ੌਂਕੀਆ ਕਰਦਾ ਹਾਂ। ਪਰ ਮੈਂ ਇੱਕ ਚੀਜ਼ ਜ਼ਰੂਰ ਮਹਿਸੂਸ ਕੀਤੀ ਹੈ ਕਿ ਸਿਸਟਮ ਇਜ਼ ਬਾਇਸਡ। ਜਿਹੜੇ ਵੀ ਸਾਡੇ ਉੱਥੇ ਸੁਪੀਰੀਅਰਸ ਹੁੰਦੇ ਨੇ ਜਾਂ ਸਾਡੇ ਉੱਥੇ ਬੈਠੇ ਹੁੰਦੇ ਨੇ, ਇੱਕ ਮੈਂ ਬੜੀ ਬੋਲਡ ਸਟੇਟਮੈਂਟ ਦੇ ਰਿਹਾ ਇੱਥੇ, ਮੇਰੇ ਤੋਂ ਬਹੁਤ ਲੋਕ ਨਾਰਾਜ਼ ਵੀ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਮਤਲਬ ਮੈਂ ਕਹਿ ਕੇ ਚੱਲਾਂਗਾ ਕਿ ਉਹ ਜਿਹੜਾ ਥੋੜ੍ਹਾ ਜਿਹਾ ਵੀ ਉਹਦੇ ਵਿੱਚ ਖੁਲਾਅ ਹੈਗੇ ਨੇ ਜਾਂ ਪ੍ਰੋਬਲਮਸ ਹੈਗੀਆਂ ਨੇ, ਸਰਕਾਰ ਨੂੰ ਬਹੁਤ ਸੀਰੀਅਸ ਲੈਣਾ ਚਾਹੀਦਾ। ਜੇ ਕਿਸੇ ਦੇ ਅਗੇਂਸਟ ਕੋਈ ਕੰਪਲੇਂਟ ਪਹਿਲੀ ਸਟੇਜ 'ਤੇ ਫੜੀ ਜਾਂਦੀ, ਉਹਦੇ ਉੱਪਰ ਐਕਸ਼ਨ ਕਰ ਲਿਆ ਜਾਂਦਾ, ਤੇ ਅੱਜ ਉਹਨਾਂ ਨੂੰ ਨੌਬਤ ਨਾ ਆਉਂਦੀ ਕਿ ਉਹ ਜੰਤਰ ਮੰਤਰ ਜਾ ਕੇ ਧਰਨੇ ਦਿੰਦੇ, ਤੇ ਜਿਹੜੇ ਉਹ ਕਲਪਰੇਟ ਸੀ ਜਿਨ੍ਹਾਂ ਦੇ ਕਰਕੇ ਉਹ ਇਸ ਲੈਵਲ ਦੀ ਇੱਕ ਮੁਹਿੰਮ ਸ਼ੁਰੂ ਹੋਈ ਆ, ਉਹ ਸਟੇਜ 1 'ਤੇ ਹੀ ਖਤਮ ਹੋ ਜਾਂਦੀ। ਪਰ ਫਿਰ ਵੀ ਚੰਗਾ ਹੈਗਾ, ਐਟਲੀਸਟ ਇਸ ਲੈਵਲ 'ਤੇ ਵੀ ਆਈ ਆ। ਇਹ ਬਾਕੀ ਪਲੇਅਰਸ ਨੂੰ ਵੀ ਥੋੜ੍ਹਾ ਜਿਹਾ ਇਹ ਸਟਰੈਂਥਨ ਕਰੇਗੀ ਕਿ ਆਪਣੀ ਆਵਾਜ਼ ਜ਼ਰੂਰ ਚੁੱਕੋ, ਹੱਕ ਦੀ ਆਵਾਜ਼ ਚੁੱਕਣੀ ਚਾਹੀਦੀ ਆ, ਚੁੱਪ ਨਹੀਂ ਰਹਿਣਾ ਚਾਹੀਦਾ, ਕਹਿਣਾ ਜ਼ਰੂਰ ਚਾਹੀਦਾ, ਬੋਲਣਾ ਜ਼ਰੂਰ ਚਾਹੀਦਾ। ਸੋ ਮੈਨੂੰ ਲੱਗਦਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ ਇੱਕ ਮੈਸੇਜ ਬੜਾ ਵਧੀਆ ਔਰ ਵੱਡਾ ਜਾਏਗਾ। ਬਿਲਕੁਲ, ਜਦੋਂ ਕੋਈ ਪਲੇਅਰ ਇੰਟਰਨੈਸ਼ਨਲ ਲੈਵਲ 'ਤੇ ਰਿਪਰੈਜ਼ੈਂਟ ਕਰ ਚੁੱਕਾ ਆ, ਅਤੇ ਜੇ ਉਹਦੇ ਨਾਲ ਧੱਕਾ ਹੋ ਸਕਦਾ, ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਸਾਡੇ ਛੋਟੇ ਡਿਸਟ੍ਰਿਕਟ ਜਾਂ ਸਟੇਟ ਲੈਵਲ ਦੇ ਪਲੇਅਰਸ ਨੇ ਉਹਨਾਂ ਦੀ ਕੀ ਹਾਲਤ ਹੁੰਦੀ ਹੋਏਗੀ। ਇਸ ਕਰਕੇ ਮੈਂ ਮਤਲਬ ਬਹੁਤ ਛੋਟੇ ਲੈਵਲ ਤੋਂ, ਸਾਡੇ DO ਲੈਵਲ ਤੋਂ ਕਹਾਂਗਾ, DSO ਡਿਸਟ੍ਰਿਕਟ ਸਪੋਰਟਸ ਆਫਿਸਰ ਲੈਵਲ ਤੋਂ ਕਹਾਂਗਾ ਕਿ ਪਲੀਜ਼ ਟੇਕ ਦਿਸ ਥਿੰਗਸ ਵੈਰੀ ਸੀਰੀਅਸਲੀ। ਸਾਨੂੰ ਸਪੋਰਟਸ ਪਰਸਨਸ ਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਹੈ, ਕਿ ਜੇਕਰ ਕੋਈ ਬੰਦਾ ਸਪੋਰਟਸ ਪਰਸਨ ਨਾਲ ਧੱਕਾ ਕਰਦਾ ਤਾਂ ਅਸੀਂ ਇੱਕ ਟੈਲੈਂਟ ਨੂੰ ਖਤਮ ਕਰਾਂਗੇ। ਹੋ ਸਕਦਾ ਉਹ ਬੰਦਾ ਕੱਲ੍ਹ ਨੂੰ ਸਾਡੇ ਵਾਸਤੇ ਓਲੰਪਿਕ ਦਾ ਮੈਡਲ ਲੈ ਕੇ ਆ ਜਾਵੇ, ਤੇ ਜੇ ਅੱਜ ਅਸੀਂ ਉਸ ਬੰਦੇ ਨਾਲ ਧੱਕਾ ਕਰਾਂਗੇ ਤੇ ਉਹ ਬੰਦਾ ਸਪੋਰਟਸ ਪਰਸਨ ਬਣਨ ਤੋਂ ਪਹਿਲਾਂ ਹੀ ਖਤਮ ਹੋ ਜਾਏਗਾ। ਸੋ ਇਹ ਸਨ ਜੀ ਦਵਿੰਦਰ ਸਿੰਘ ਜੀ, ਜੋ ਕਿ ਅਰਮਾਨ ਦੇ ਪਿਤਾ ਨੇ, ਔਰ ਉਹਨਾਂ ਦੀ ਸਪੋਰਟ ਤੇ ਉਹਨਾਂ ਦੀ ਜਿਹੜੀ ਹੱਲਾਸ਼ੇਰੀ ਹੈ ਉਹਦੇ ਕਰਕੇ ਹੀ ਅਰਮਾਨ ਅੱਜ ਗੋਲਡ ਮੈਡਲ ਜਿੱਤਣ 'ਚ ਸਮਰੱਥ ਹੋ ਸਕਿਆ। ਚਾਹੇ ਪਰਮਾਤਮਾ ਨੇ ਉਹਨਾਂ ਨੂੰ ਇੰਨੀ ਸਮਰੱਥਾ ਦਿੱਤੀ ਹੈ ਕਿ ਉਸ ਦੇ ਪਿੱਛੇ ਉਹ ਰਿਸੋਰਸਿਸ ਆਪਣੇ ਲਗਾ ਸਕਦੇ ਨੇ, ਲੇਕਿਨ ਜਿਹੜੇ ਰਿਸੋਰਸਫੁਲ ਬੰਦੇ ਨਹੀਂ ਹਨ ਜਾਂ ਮਾਪਿਓ ਨਹੀਂ ਹਨ, ਉਹ ਚਾਹੁੰਦੇ ਹਨ ਕਿ ਉਹਨਾਂ ਦੇ ਟੈਲੈਂਟਡ ਬੱਚੇ ਅੱਗੇ ਜਾਣ, ਲੇਕਿਨ ਰਿਸੋਰਸਿਸ ਦੀ ਕਮੀ ਕਰਕੇ ਉਹ ਨਹੀਂ ਜਾ ਪਾਉਂਦੇ। ਸੋ ਬੜੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਇੱਕ ਪੈਰਾ ਗੇਮਿੰਗ ਵਾਸਤੇ ਵੀ ਜਿਹੜੀਆਂ ਉਹਨਾਂ ਨੇ ਦੱਸੀਆਂ ਨੇ, ਕਿਸ ਤਰ੍ਹਾਂ ਉਹਦੇ ਵਿੱਚ ਬਾਇਸ ਕੀਤਾ ਜਾਂਦਾ ਹੈ, ਸਪੋਰਟਸ ਦੇ ਵਿੱਚ ਕਿੱਦਾਂ ਕੀਤਾ ਜਾਂਦਾ ਹੈ। ਸੋ ਇਸ ਵੇਲੇ ਲੋੜ ਹੈ ਭਗਵੰਤ ਮਾਨ ਸਾਹਿਬ ਨੂੰ, ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਸਪੋਰਟਸ ਨੂੰ ਅੱਗੇ ਲੈ ਕੇ ਜਾਂਦਾ ਜਾਏਗਾ ਔਰ ਗਰਾਊਂਡਸ ਬਣਾਈਆਂ ਜਾਣਗੀਆਂ, ਪਿੰਡਾਂ ਵਿੱਚ ਜਾ ਕੇ ਸਪੋਰਟਸ ਵਾਸਤੇ ਜਿਹੜੇ ਟੈਲੈਂਟ ਚੁਣਿਆ ਜਾਵੇਗਾ। ਸੋ ਉਹ ਫਿਲਹਾਲ ਮੁਹਿੰਮ ਕਿਤੇ ਵੀ ਹੁੰਦੀ ਦਿਖਦੀ ਨਜ਼ਰ ਨਹੀਂ ਆ ਰਹੀ ਹੈ। ਸੋ ਲੋੜ ਹੈ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਨੂੰ ਕਰਨ ਦੀ, ਤਾਂ ਜੋ ਇਸ ਵੱਲ ਨੌਜਵਾਨ ਜਿਹੜੇ ਆਕਰਸ਼ਿਤ ਹੋ ਸਕਣ ਤੇ ਕ੍ਰਾਈਮ ਤੇ ਨਸ਼ੇ ਨੂੰ ਦੋਵਾਂ ਨੂੰ ਹੀ ਠੱਲ ਪੈ ਸਕੇ। ਇਸੇ ਆਸ ਦੇ ਨਾਲ ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।